ਪਿਆਰੇ ਦਰਸ਼ਕੋ, ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਉਹਨਾਂ ਦੇ ਜੱਦੀ ਪਿੰਡ ਵਿੱਚ ਅੰਤਮ ਵਿਦਾਇਗੀ ਦੇ ਦਿੱਤੀ ਗਈ। ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਾਰੀਆਂ ਜਿਹੜੀਆਂ ਪਾਰਟੀਆਂ ਉਹਨਾਂ ਦੇ ਆਗੂ ਉੱਥੇ ਹਾਜ਼ਰ ਸੀਗੇ। ਉਹਨਾਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਲਾਕੇ ਦੇ ਲੋਕ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸੀਗੇ। ਉਸ ਤੋਂ ਇਲਾਵਾ ਉਹਨਾਂ ਦੇ ਕਰੀਬੀ ਸੱਜਣ ਜਿਹੜੇ ਉਹ ਵੀ ਹਾਜ਼ਰ ਸੀਗੇ। ਅਸੀਂ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਪ੍ਰੋਫੈਸਰ ਖੁਸ਼ਹਾਲ ਸਿੰਘ ਹਨ, ਜਿਹੜੇ ਹਿਸਟਰੀ ਨਾਲ ਸੰਬੰਧਿਤ ਨੇ। ਉਹਨਾਂ ਤੋਂ ਕੁਝ ਮਸਲੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਵੇਂ ਜਾਣਿਆ ਜਾਏਗਾ, ਜਾਂ ਅਕਾਲੀ ਦਲ ਨੂੰ ਮਾਈਨਸ ਬਾਦਲ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ। ਬਾਦਲ ਸਾਹਿਬ ਦਾ ਇੱਕ ਕੱਦ ਸੀਗਾ, ਵੱਡਾ ਕੱਦ ਬੁੱਧ ਸੀਗਾ। ਦੇਸ਼ ਦੀ ਸਿਆਸਤ ਤੇ ਮੇਰਾ ਖਿਆਲ ਸਭ ਤੋਂ ਬਜ਼ੁਰਗ ਸਿਆਸਤਦਾਨ ਉਹੀ ਸੀਗੇ, ਜਾਂ ਇਸ ਵੇਲੇ LK ਅਡਵਾਨੀ ਹੋਣਗੇ। ਇਹਨਾਂ ਤੋਂ ਬਜ਼ੁਰਗ ਹੋਰ ਕੋਈ ਸਿਆਸਤਦਾਨ ਭਾਰਤੀ ਸਿਆਸਤ ਦੇ ਵਿੱਚ ਨਹੀਂ ਸੀਗਾ। ਸੋ ਇਹਨਾਂ ਦਾ ਖੇਤਰੀ ਪਾਰਟੀਆਂ ਨੂੰ ਇੱਕ ਸਮੇਂ ਯੂਨਾਈਟ ਕਰਨ ਦਾ, ਇੱਕ ਪਲੇਟਫਾਰਮ ਤੇ ਲਿਆਉਣ ਦਾ, ਸੰਘੀ ਢਾਂਚੇ ਦੇ ਵਿੱਚ ਫੈਡਰਲਿਜ਼ਮ ਦੇ ਲਈ ਇਹਨਾਂ ਦਾ ਇੱਕ ਰੋਲ ਸੀਗਾ, ਜਿਹੜਾ ਕਿ ਹੌਲੀ ਹੌਲੀ ਜਿਹਨੂੰ ਅਸੀਂ ਕਹਿ ਦਿੰਦੇ ਪਿਛਲਖੁਰੀ ਜਾਂ ਜੂ ਟਰਨ ਇਹਨਾਂ ਨੇ ਅਕਾਲੀ ਦਲ ਨੇ ਲਈ, ਜਿਹਦੇ ਕਰਕੇ ਅਕਾਲੀ ਦਲ ਨੂੰ ਕਈ ਜਿਹੜੀਆਂ ਸੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਕਾਲੀ ਦਲ ਇਸ ਵੇਲੇ ਉਸ ਬੜੀ ਮਾੜੀ ਸਥਿਤੀ ਦੇ ਵਿੱਚ ਹੈ। ਕੀ ਅਕਾਲੀ ਦਲ ਉਹਦੇ 'ਚ ਉੱਭਰ ਪਾਏਗਾ? ਉਹਦੇ ਲਈ ਉੱਭਰਨ ਲਈ ਅਕਾਲੀ ਦਲ ਨੂੰ ਕੀ ਕਰਨਾ ਪਏਗਾ? ਬਹੁਤ ਸਾਰੇ ਸਵਾਲ ਨੇ ਜਿਹੜੇ ਧਿਆਨ ਮੰਗਦੇ ਨੇ। ਤੇ ਪ੍ਰੈਸ ਸਾਹਿਬ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਬਾਦਲ ਨੂੰ ਜਦੋਂ ਉਹ ਸੰਸਾਰ ਤੋਂ ਜਾ ਚੁੱਕੇ ਨੇ, ਉਹਨਾਂ ਨੂੰ ਕਿਹੜੀਆਂ ਗੱਲਾਂ ਲਈ ਜਾਣਿਆ ਜਾਏਗਾ? ਇੱਕ ਵੱਡਾ ਮਸਲਾ ਇਹ ਕਿਹਾ ਜਾਂਦਾ ਕਿ ਉਹ ਹਿੰਦੂ ਸਿੱਖ ਏਕਤਾ ਦੇ ਵੱਡੇ ਪ੍ਰਤੀਕ ਸੀਗੇ। ਉਹਨਾਂ ਨੇ ਜਿਹੜੀਆਂ ਇਸ ਏਕਤਾ ਨੂੰ ਸੱਟ ਮਾਰਨ ਦੀਆਂ ਸਾਜ਼ਿਸ਼ਾਂ ਸੀ, ਉਹਨਾਂ ਨੂੰ ਐਕਸਪੋਜ਼ ਕਰਨ ਦਾ, ਇਹਨਾਂ ਦਾ ਜਿਹੜਾ ਆਪਸੀ ਬੌਂਡ ਆ ਉਹਨੂੰ ਮਜ਼ਬੂਤ ਕਰਨ ਲਈ ਬਹੁਤ ਕੰਮ ਕੀਤਾ। ਤੇ ਤੁਸੀਂ ਉਹਨਾਂ ਦਾ ਜਿਹੜਾ 3 ਵਾਰੀ ਉਹ ਮੁੱਖ ਮੰਤਰੀ ਰਹੇ, 1 ਵਾਰੀ ਉਹ ਕੇਂਦਰੀ ਮੰਤਰੀ ਵੀ ਰਹੇ, ਕਈ ਉਹਨਾਂ ਨੇ ਚੋਣਾਂ ਜਿੱਤੀਆਂ। ਤੁਸੀਂ ਉਹਨਾਂ ਦਾ ਮੁਲਾਂਕਣ ਕਿਵੇਂ ਕਰਦੇ, ਕਿਵੇਂ ਉਹਨਾਂ ਨੂੰ ਦੇਖਦੇ? ਇੱਕ ਗੱਲ ਜਿਹੜੀ ਆ ਉਹ ਕਹੀ ਜਾਂਦੀ ਕਿ ਉਹ ਬਹੁਤ ਮਿਲਣਸਾਰ ਸੀਗੇ, ਉਹ ਬਹੁਤ ਪਿਆਰ ਸਤਿਕਾਰ ਨਾਲ ਹਰ ਇੱਕ ਨਾਲ, ਛੋਟੇ ਤੋਂ ਲੈ ਕੇ ਵੱਡੇ ਤੱਕ ਦਾ ਸਤਿਕਾਰ ਕਰਦੇ ਸੀਗੇ। ਉਹਨਾਂ ਦੀ ਜਿਹੜੀ ਮਿਲਣਸਾਰਤਾ, ਜਿਹੜੀ ਉਹਨਾਂ ਦਾ ਤਹੱਮਲ ਸੀਗਾ, ਉਸ ਕਰਕੇ ਉਹਨਾਂ ਨੂੰ ਯਾਦ ਰੱਖਿਆ ਜਾਏਗਾ। ਤੇ ਜੇ ਰਾਜਨੀਤਿਕ ਪਾਰਟੀਆਂ ਉਹਨਾਂ ਤੋਂ ਕੋਈ ਸਬਕ ਸਿੱਖਣ, ਜੇ ਆਪਸ ਦੇ ਵਿੱਚ ਛੋਟੀਆਂ ਗੱਲਾਂ ਤੇ ਲੜਨ ਦੀ ਥਾਂ ਤੇ ਕੋਈ ਸਾਂਝੇ ਮਾਮਲਿਆਂ ਤੇ ਇਕੱਠੇ ਹੋਣ, ਤਾਂ ਉਹਦੇ ਨਾਲ ਪੰਜਾਬ ਦੀ ਜਿਹੜੀ ਸਾਖ ਹੈ ਜਾਂ ਪੰਜਾਬ ਨੂੰ ਬਿਹਤਰ ਬਣਾਇਆ ਜਾ ਸਕਦਾ। ਤੁਸੀਂ ਕੀ ਕਹਿਣਾ ਚਾਹੁੰਦੇ? ਜੰਮੂ ਸਾਹਿਬ ਜੀ, ਜਦੋਂ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਤਾਂ ਉਹਨਾਂ 'ਚ ਕੋਈ ਦੂਸਰਾ ਜਿਹੜੀ ਰਹਿ ਨਹੀਂ ਹੈਗੀ ਕਿ ਉਹ ਪੰਜਾਬ ਦੇ ਕਿ ਹਿੰਦੁਸਤਾਨ ਦੇ ਜਿਹੜੇ ਵੱਡੇ ਰਾਜਨੀਤਿਕ ਲੀਡਰ ਨੇ ਉਹਨਾਂ ਵਿੱਚ ਗਿਣੇ ਜਾਂਦੇ ਸੀ। ਇੱਕ ਤਾਂ ਆਪਣੀ ਉਮਰ ਕਰਕੇ, ਇੱਕ ਸਿਆਸਤ ਵਿੱਚ ਜਿਹੜਾ ਉਹਨਾਂ ਦਾ ਸਫ਼ਰ ਸੀਗਾ ਐਡਾ ਲੰਮਾ, ਇੰਨੇ ਵਾਰੀ MLA ਚੁਣੇ ਜਾਣਾ, 5 ਵਾਰੀ ਚੀਫ ਮਿਨਿਸਟਰ ਚੁਣੇ ਜਾਣਾ, ਇਸ ਕਰਕੇ ਉਹਨਾਂ ਦਾ ਨਾਂ ਜਿਹੜਾ ਆ ਉਹ ਵੱਡੇ ਲੀਡਰਾਂ ਦੇ ਵਿੱਚ ਗਿਣਿਆ ਜਾਏਗਾ। ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਗੀਆਂ। ਜਿੱਥੇ ਤੱਕ ਹੈ ਕਿ ਉਹਨਾਂ ਦਾ ਜਿਹੜਾ ਪਿਛੋਕੜ ਸੀਗਾ, ਜੋ ਉਹਨਾਂ ਨੂੰ ਵਿਰਾਸਤ 'ਚ ਮਿਲਿਆ, ਉਹ ਅਕਾਲੀ ਦਲ ਦਾ ਇੱਕ ਵੱਡਾ ਇਤਿਹਾਸ ਸੀ, ਜਿਹਨੇ ਆਜ਼ਾਦੀ ਤੋਂ ਪਹਿਲਾਂ ਬਹੁਤ ਵੱਡਾ ਸੰਘਰਸ਼ ਲੜਿਆ ਸੀ। ਖਾਸ ਕਰਕੇ ਕਿਰਤੀ ਲੋਕਾਂ ਦੇ ਵਿੱਚੋਂ ਕਿਸਾਨੀ ਜਿਹੜੀ ਆ, ਕੋਈ ਬਹੁਤ ਵੱਡੇ ਜ਼ਿਮੀਂਦਾਰਾਂ 'ਚੋਂ ਨਹੀਂ ਸੀ ਅਕਾਲੀ ਦਲ ਪੈਦਾ ਹੋਇਆ। ਅਕਾਲੀ ਦਲ ਦੀ ਲੀਡਰਸ਼ਿਪ ਛੋਟੇ ਲੋਕਾਂ ਦੇ ਵਿੱਚੋਂ, ਦਰਮਿਆਨੇ ਲੋਕਾਂ ਦੇ ਵਿੱਚੋਂ, ਦਰਮਿਆਨੇ ਕਿਸਾਨਾਂ 'ਚੋਂ, ਖਾਸ ਕਰਕੇ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੀ ਸਿਆਸਤ ਰਾਹੀਂ ਉਹ ਅੱਗੇ ਆਏ। ਲੇਕਿਨ ਜਿਹੜਾ ਹੈਗਾ ਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਉਹ ਇੱਕ ਜ਼ਗੀਰਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ, ਪਰੰਤੂ ਉਹਨਾਂ ਦੇ ਵਿੱਚ ਜਿਹੜੀ ਖਾਸੀਅਤ ਸੀਗੀ, ਉਹਨਾਂ ਨੂੰ ਆਪਣੇ ਸਿਆਸਤ ਦੀ ਪਛਾਣ ਸੀਗੀ। ਉਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਹੈ, ਉਹ ਤਹਿਸੀਲਦਾਰ ਭਰਤੀ ਕਰਨ ਵਾਸਤੇ ਉਹਨਾਂ ਨੇ ਕਰਤਾਰ ਸਿੰਘ ਕੋਲੇ, ਗਿਆਨੀ ਕਰਤਾਰ ਸਿੰਘ ਕੋਲ ਲੈ ਕੇ ਗਏ ਸੀਗੇ। ਅਤੇ ਗਿਆਨੀ ਕਰਤਾਰ ਸਿੰਘ ਨੇ ਉਹਨਾਂ ਦੀ ਪਛਾਣ ਕਰਦਿਆਂ ਉਹਨੂੰ ਕਿਹਾ ਕਿ ਇਹ ਨੌਕਰੀ ਲੈਣ ਵਾਲਾ ਨਹੀਂ, ਇਹ ਨੌਕਰੀ ਦੇਣ ਵਾਲਾ ਬਣਾਉਣਾ ਆ। ਅਤੇ ਉਸ ਦਿਨ ਤੋਂ ਉਹ ਜਿਹੜਾ ਆ, ਉਹਨਾਂ ਨੂੰ ਪਹਿਲੀ ਵਾਰੀ ਜਿਹੜਾ ਆ 56 ਦੇ ਵਿੱਚ ਜਿਹੜੀ ਟਿਕਟ ਮਿਲੀ ਹੈਗੀ ਆ, ਉਹ ਕਾਂਗਰਸ ਤੇ ਜੰਮੂ ਸਾਹਿਬ ਅਕਾਲੀ ਦਲ ਨੇ ਮਿਲ ਕੇ ਇਲੈਕਸ਼ਨ ਲੜੀ ਸੀ। ਮੇਰੇ ਖਿਆਲ ਉਹ ਇੱਕੋ ਹੀ ਇੱਕ ਚੋਣ ਸੀਗੀ ਜਿਹੜੀ ਦੋਨਾਂ ਪਾਰਟੀਆਂ ਨੇ ਇੱਕ ਚੋਣ ਨਿਸ਼ਾਨ ਤੇ ਲੜੀ। ਬਿਲਕੁਲ। ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਅਕਾਲੀ ਦੇ ਵੱਡੇ ਸਿੱਖਾਂ ਦੇ ਲੀਡਰ ਸੀਗੇ, ਬਲਦੇਵ ਸਿੰਘ ਦੀ ਇਹਨਾਂ ਦੇ ਨਾਲ ਰਿਸ਼ਤੇਦਾਰੀ ਸੀ। ਇਹਨਾਂ ਨੂੰ ਬਲਦੇਵ ਸਿੰਘ ਨੇ ਜਿਹੜਾ ਹੈ ਉਹ ਟਿਕਟ ਦਵਾਈ ਸੀ ਪਹਿਲੀ ਵਾਰੀ। ਅਤੇ ਇਹਨਾਂ ਨੇ ਉਹ ਇਲੈਕਸ਼ਨ ਜਿੱਤੀ। ਤੇ ਉਹਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਆ ਸਿਆਸਤ ਦੇ ਵਿੱਚ ਆਪਣਾ ਵੱਖਰਾ ਸਥਾਨ ਬਣਾ ਲਿਆ ਸੀਗਾ।
ਇਹ ਵੀ ਗੱਲ ਜਿਹੜੀ ਹੈਗੀ ਆ ਚਲੋ ਉਹਨਾਂ ਦੇ ਦੂਸਰੇ ਪਾਸੇ ਨਾਲ ਸੰਬੰਧਿਤ ਹੈ, ਕਿਉਂਕਿ ਜਿਸ ਤਰੀਕੇ ਨਾਲ ਉਹ ਮੁੱਖ ਮੰਤਰੀ ਬਣੇ ਉਸ ਤੋਂ ਪਹਿਲਾਂ ਵੀ ਅਕਾਲੀ ਦਲ ਦੀਆਂ ਸਰਕਾਰਾਂ ਡਿੱਗੀਆਂ ਸੀਗੀਆਂ। ਇਹਨੇ ਵੀ ਪਹਿਲੀ ਵਾਰੀ ਡਿੱਗੀਆਂ ਸੀ। ਪਹਿਲਾਂ ਸੈਂਟਰ ਸਰਕਾਰ ਇੱਕ ਜਿਹੜੇ ਦਫਾ ਲਾ ਕੇ 356 ਦੇ ਤਹਿਤ ਸਰਕਾਰਾਂ ਨੂੰ ਜਿਹੜੀ ਆ ਉਹ ਤੋੜਦੀ ਸੀ, ਡਿਸਮਿਸ ਕਰਦੀ ਸੀ। ਲੇਕਿਨ ਇਹਨਾਂ ਦੇ ਵੇਲੇ ਜਿਹੜਾ ਹੋਇਆ ਕਿ ਉਹ ਨਹੀਂ ਹੋਇਆ, ਸਗੋਂ ਕਿ ਆਪਣੇ ਵੱਲੋਂ ਇੱਕ ਜਿਹੜਾ ਬੇਭਰੋਸਗੀ ਦਾ ਜਿਹੜਾ ਮਤਾ ਸੀ ਅਕਾਲੀ ਦਲ ਵੱਲੋਂ ਗਿਆ ਸੀ, ਤੇ ਉਹ ਅਕਾਲੀ ਦਲ ਦੀ ਤੋੜ ਭੋੜ ਕਰਕੇ ਮੌਕੇ ਦੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਅੱਗੇ ਵਧਣਾ ਹੈਗਾ, ਆਪਣੇ ਸਾਥੀਆਂ ਦੇ ਉੱਤੇ ਪੈਰ ਰੱਖ ਕੇ ਉਹ ਕਿਸ ਤਰ੍ਹਾਂ ਚੜ੍ਹਨਾ ਆ, ਬਾਦਲ ਸਾਹਿਬ ਨੇ ਸ਼ੁਰੂਆਤ ਇਹਦੀ ਕੀਤੀ ਪੰਜਾਬ ਖਾਸ ਕਰਕੇ ਸਿੱਖ ਸਿਆਸਤ ਦੇ ਵਿੱਚ। ਇਸ ਤੋਂ ਪਹਿਲਾਂ ਸਿੱਖਾਂ ਦੀ ਸਿਆਸਤ ਇਸ ਤਰ੍ਹਾਂ ਜਿੰਨੇ ਸੀ ਲੋਕ ਜਿਹੜੇ ਆ ਐਥਿਕਸ ਤੌਰ 'ਤੇ ਕਈ ਗੱਲਾਂ ਤੋਂ ਅਵਾਇਡ ਕਰਦੇ ਸੀ, ਖਾਸ ਕਰਕੇ ਅਕਾਲੀ ਸਿਆਸਤ ਵਾਲੇ, ਕਿਉਂਕਿ ਉਹਨਾਂ ਦੀ ਸਿਰਫ ਸਿਆਸਤ ਨਹੀਂ ਸੀ, ਉਹ ਇੱਕ ਧਰਮ ਦਾ ਕੁੰਡਾ ਵੀ ਉਹਨਾਂ ਦੇ ਨਾਲ, ਸਿਧਾਂਤ ਦਾ ਕੁੰਡਾ ਵੀ ਹਮੇਸ਼ਾ ਲੱਗਿਆ ਰਹਿੰਦਾ ਸੀਗਾ। ਸੋ ਉਹ ਦਿਨ ਤੋਂ ਬਾਦਲ ਸਾਹਿਬ ਜਿਹੜੇ ਆ ਉਹ ਸਿਆਸਤ 'ਚ ਆਉਂਦੇ ਆ, ਤੇ ਉਸ ਸਮੇਂ ਵੀ ਬਹੁਤ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਕੱਦ ਦੇ ਉਹਨਾਂ ਦੇ ਨਾਲ ਜਿਹੜੀ ਆ ਲੀਡਰਸ਼ਿਪ ਸੀਗੀ। ਤੇ ਉਹ ਜਿਹੜੀ ਆ ਅਸੀਂ ਕਿ 96 ਤੱਕ ਉਹਨਾਂ ਦੇ ਕਿਸੇ ਨਾ ਕਿਸੇ ਰੂਪ 'ਚ ਰਹੀ, ਭਾਵੇਂ ਬਜ਼ੁਰਗ ਸੀ, ਕਈ ਤਾਂ ਸਿਆਸੀ ਤੌਰ 'ਤੇ ਭਾਵੇਂ ਬਹੁਤ ਸਾਰਥਕ ਨਹੀਂ ਸੀ ਰਹੀ ਲੀਡਰਸ਼ਿਪ, ਲੇਕਿਨ ਉਦੋਂ ਤੱਕ ਇੱਕ ਮੋਰਲ ਪ੍ਰੈਸ਼ਰ ਅਕਾਲੀ ਦਲ ਦੇ ਉੱਤੇ ਬਣਿਆ ਹੁੰਦਾ ਸੀ। ਅਕਾਲੀ ਦਲ ਨੇ ਪਹਿਲਾਂ ਤੇ ਕਿਉਂਕਿ ਅਸੀਂ ਜਿਸ ਤਰੀਕੇ ਨਾਲ ਉਹਨਾਂ ਨੂੰ ਵਿਰਾਸਤ ਵਿੱਚ ਮਿਲੀ ਵੰਡ ਤੋਂ ਬਾਅਦ, ਜਿਸ ਤਰ੍ਹਾਂ ਦੀ ਸਿੱਖ ਪੰਜਾਬ ਦੀ ਸਿਆਸਤ ਸੀ, ਪੰਜਾਬੀ ਸੂਬਾ ਬਣਾਉਣ ਦਾ ਮੋਰਚਾ ਹੋਵੇ, ਹੋਰ ਕਈ ਮੋਰਚੇ ਹੋਣ, ਉਹਨਾਂ ਦੇ ਤਹਿਤ ਸੰਘਰਸ਼ ਹਮੇਸ਼ਾ ਹੀ ਜਿਹੜਾ ਆ ਅਕਾਲੀ ਦਲ ਪ੍ਰੈਸ 66 ਤੱਕ ਤਾਂ ਅਕਾਲੀ ਦਲ ਸੰਘਰਸ਼ ਦੇ ਵਿੱਚ ਹੀ ਰਿਹਾ। ਸੰਘਰਸ਼ ਦੇ ਵਿੱਚ ਰਹਿੰਦਿਆਂ ਹੋਇਆਂ ਮਤਲਬ ਬਹੁਤ ਪਹਿਲੀ ਜਿਹੜੀ ਸਰਕਾਰ ਆ ਅਕਾਲੀ ਦਲ ਦੀ, ਮਤਲਬ 66-67 ਦੇ ਵਿੱਚ ਜਿਹੜੀਆਂ ਸਰਕਾਰਾਂ ਬਣਦੀਆਂ ਕਦੇ ਟੁੱਟ ਜਾਂਦੀ ਹੈ ਕਦੇ ਬਣ ਜਾਂਦੀ ਹੈ, ਮਤਲਬ ਇਸ ਕਿਸਮ ਦਾ ਦੌਰ ਸੀਗਾ। ਇੱਕ ਸਾਂਝੀ ਸਰਕਾਰ ਵੀ ਬਣੀ ਸੀਗੀ, ਉਸ ਤਰੀਕੇ ਦਾ ਦੌਰ ਸੀਗਾ ਜਿਹਦੇ ਬਾਦਲ ਹੋਣਾ ਨੇ ਆਪਣਾ ਇੱਕ ਕਲੌਟ ਬਣਾ ਲਿਆ, ਜਿਹਨੂੰ ਮਤਲਬ ਵੱਖਰੀ ਪਛਾਣ ਜਿਹੜੀ ਉਹ ਸਿਆਸਤ ਦੇ ਵਿੱਚ ਬਣਾਈ, ਤੇ ਕੁਝ ਸਮਾਂ ਮੁੱਖ ਮੰਤਰੀ ਪਹਿਲੀ ਵਾਰੀ ਉਦੋਂ ਬਣੇ। ਉਹ ਤਾਂ ਹਾਂਜੀ ਉਦੋਂ ਸਿਆਸਤ ਦੇ ਵਿੱਚ ਇਹਨਾਂ ਦਾ ਕਾਫੀ ਅਸਰ ਸੁਖ ਬਣ ਗਿਆ ਸੀਗਾ, ਪਰ ਬਾਈ ਚਾਂਸ ਜਿਸ ਤਰ੍ਹਾਂ ਜੋ 80ਵਿਆਂ ਦੇ ਵਿੱਚ ਜਿਹੜੀ ਸਿਆਸਤ ਸ਼ੁਰੂ ਹੋਈ, ਹਾਲਾਂਕਿ ਉਹਦਾ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਹੀ ਜੁੜਦਾ ਹੈਗਾ। 78 ਦੇ ਵਿੱਚ ਜਦੋਂ ਟਕਰਾਅ ਹੁੰਦਾ ਆ, ਫਿਰ ਐਮਰਜੈਂਸੀ ਲੱਗਦੀ ਦੇਸ਼ ਦੇ ਵਿੱਚ। ਐਮਰਜੈਂਸੀ ਲੱਗਣ ਤੋਂ ਬਾਅਦ ਜਿਹੜਾ ਇੱਕ ਐਂਟੀ ਕਾਂਗਰਸ ਧਿਰਾਂ ਇਕੱਠੀਆਂ ਹੁੰਦੀਆਂ, ਉਹਨਾਂ ਦੇ ਵਿੱਚ ਪੰਜਾਬ ਦਾ ਅਕਾਲੀ ਦਲ ਇਹਨੇ ਉਹਦੇ ਵਿੱਚ ਇੱਕ ਲੰਮਾ ਭੂਮਿਕਾ ਨਿਭਾਈ। ਅਕਾਲੀ ਦਲ ਨੇ ਇੱਕ ਮੋਰਚਾ ਲਾਇਆ ਐਮਰਜੈਂਸੀ ਦੇ ਖਿਲਾਫ। ਉਸ ਮੋਰਚੇ ਦੇ ਵਿੱਚ ਅਕਾਲੀ ਦਲ ਦੀ ਦੇਸ਼ ਦੇ ਵਿੱਚ ਇੱਕ ਵੱਖਰੀ ਪਛਾਣ ਜਿਹੜੀ ਆ ਉਹ ਬਣੀ, ਉਹਨੂੰ ਮਤਲਬ ਮਾਨਤਾ ਮਿਲੀ ਕਿ ਇਹ ਜਿਹੜੇ ਇਹਨਾਂ ਨੇ ਫਿਰ ਜਿਹੜੀਆਂ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਸੀ, ਬੀਜੇਪੀ ਵਿੱਚ ਸੀਗੀ, ਜਨਤਾ ਪਾਰਟੀ ਇੱਕ ਬਣੀ, ਉਹਦੇ ਵਿੱਚ ਇਹਨਾਂ ਦੀ ਪਛਾਣ ਬਣੀ। ਤੇ ਉਹਦੇ ਵਿੱਚ ਇਹ ਵੱਡੇ ਆਗੂ ਦੇ ਤੌਰ ਤੇ ਉੱਭਰੇ ਸੀ। ਮੇਰੇ ਖਿਆਲ ਉਹਨੇ ਵੀ ਜਿਹੜਾ ਐਮਰਜੈਂਸੀ ਦੇ ਖਿਲਾਫ ਮੋਰਚਾ, ਉਹਨੇ ਵੀ ਇਹਨਾਂ ਨੂੰ ਵੱਡੀ ਪਛਾਣ ਦਿਵਾਉਣ ਦੇ ਵਿੱਚ ਮੇਰੇ ਖਿਆਲ ਯਤਨ ਜਿਹੜਾ ਜੰਮੂ ਸਾਹਿਬ ਜਿਹੜੀ ਤੁਸੀਂ ਗੱਲ ਕਰੋ ਇਹ ਵੀ ਸੀ। ਉਸ ਤੋਂ ਇਲਾਵਾ ਜਿਹੜਾ ਵੱਡਾ ਜਿਹੜਾ ਸਿਆਸੀ ਇਵੈਂਟ ਸੀ ਉਹ ਸੀ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ, ਹਾਂਜੀ, ਸੂਬਿਆਂ ਦੀ ਖੁਦ ਮੁਖਤਿਆਰੀ ਵਾਸਤੇ। ਉਹਦੇ ਨਾਲ ਇਹਨਾਂ ਨੇ ਯਤਨ ਵੀ ਕੀਤਾ, ਕਨਕਲੇਵ ਵੀ ਕੀਤੀ, ਕੁਝ ਇਕੱਠ ਵੀ ਕੀਤੇ, ਤੇ ਕੁਝ ਕਾਫੀ ਲੋਕਾਂ ਨੂੰ ਨਾਲ ਲੈਣ ਦਾ ਯਤਨ ਵੀ ਕੀਤਾ। ਤੁਹਾਨੂੰ ਪਤਾ ਹੋਏਗਾ ਜੋ ਸ਼ੁਰੂ 'ਚ ਮੋਰਚਾ ਹੁੰਦਾ, ਧਰਮਯੋਧ ਮੋਰਚਾ ਹੁੰਦਾ, ਉਹ ਜਿਹੜੇ ਖੱਬੀਆਂ ਧਿਰਾਂ ਨੇ ਉਹ ਵੀ ਇਹਨਾਂ ਦੇ ਸਹਿਯੋਗ 'ਚ ਸੀਗੀਆਂ। ਤੇ ਇਹ ਸਾਰਾ ਇਸ ਤਰ੍ਹਾਂ ਇਹਦੇ 'ਚ ਇਹਨਾਂ ਦੇ ਕੱਦ ਨੂੰ ਸਿਆਸੀ ਤੌਰ 'ਤੇ ਜਿਹੜਾ ਆ ਬਲ ਮਿਲਦਾ ਹੈਗਾ ਆ। ਲੇਕਿਨ ਉਹਦੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਇੱਕ ਉਸ ਤੋਂ ਬਾਅਦ 78 ਦੇ ਵਿੱਚ ਜਿਹੜਾ ਦਿਖਾਂਤ ਵਾਪਰਦਾ ਆ, ਉਹ ਨਿਰੰਕਾਰੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਵਾਪਰ ਜਾਂਦਾ ਆ। ਤੇ ਉਹਦੇ ਨਾਲ ਜਿਹੜਾ ਇੱਕ ਜਿਸ ਦੌਰ ਤੋਂ ਬਾਅਦ ਇੱਕ ਉਸ ਤੋਂ ਬਾਅਦ ਸਿਆਸਤ ਪੰਜਾਬ ਦੇ ਵਿੱਚ ਚੱਲਦੀ ਆ, ਉਹਦੇ ਕਿਤੇ ਨਾ ਕਿਤੇ ਇਹ ਬੈਕ ਤੇ ਚਲੇ ਜਾਂਦੇ ਆ। ਉਹ ਸਿਆਸਤ ਦੇ ਨਾਲ ਮਿਲ ਕੇ ਨਹੀਂ ਚੱਲ ਸਕੇ, ਕਿਉਂਕਿ ਇੱਕੋ ਹੀ ਸੰਤ ਜਰਨੈਲ ਸਿੰਘ ਜਦੋਂ ਸਿਆਸੀ ਜ਼ਮੀਨ ਤੇ ਬਾਹਰ ਆਉਂਦੇ ਆ ਤਾਂ ਸੰਤ ਜਰਨੈਲ ਸਿੰਘ ਦੇ ਨਾਲ ਇੱਕੋ ਹੀ ਫੋਟੋ ਹੈ ਇਹਨਾਂ ਦੀ, ਜਦੋਂ ਉਹਨਾਂ ਦੀ ਤਾਜਪੋਸ਼ੀ ਹੁੰਦੀ ਹੈ, ਦਸਤਾਰਬੰਦੀ ਹੁੰਦੀ ਹੈ ਉਦੋਂ। ਉਸ ਤੋਂ ਬਾਅਦ ਤੁਸੀਂ ਸਾਰੇ ਦੌਰ ਦੇ ਵਿੱਚ ਸੰਤ ਜਰਨੈਲ ਸਿੰਘ ਦੇ ਨਾਲ ਇਹਨਾਂ ਦੀ ਫੋਟੋ ਨਹੀਂ ਦੇਖ ਸਕਦੇ, ਕਿਉਂਕਿ ਇੱਕ ਵਿੱਥ ਤੇ ਰਹਿ ਕੇ ਸਿਆਸਤ ਕੀਤੀ ਜਾਂਦੀ ਹੈ। ਤੇ ਇਹ 94 ਤੱਕ ਇਸ ਤਰ੍ਹਾਂ ਹੀ ਦੇ ਹਾਲਾਤ ਹੁੰਦੇ ਆ। ਤੇ ਉਦੋਂ ਤੱਕ ਜਦੋਂ ਵੀ ਗੱਲ ਵੀ ਹੁੰਦੀ ਹੈ ਸਿਆਸਤ ਦੇ ਵਿੱਚ, ਤੇ ਇਹ ਕਹਿੰਦੇ ਆ ਕਿ ਹੁਣ ਗੱਲ ਜਿਹੜੀ ਆ, ਜਦੋਂ ਇੱਕ ਮੀਟਿੰਗ ਦਾ ਹਵਾਲਾ ਵੀ ਦਿੱਤਾ ਜਾਂਦਾ ਆ ਕਿ ਆਪਣੇ ਅਨੰਦਪੁਰ ਸਾਹਿਬ ਦੀ, ਤੇ ਉਹ ਵੀ ਹੁਣ ਜਿਹੜੀ ਸਿਆਸੀ ਤੌਰ 'ਤੇ ਗੱਲਬਾਤ ਖਾੜਕੂ ਧਿਰਾਂ ਕਰਨਗੀਆਂ, ਤੇ ਉਸ ਟਾਈਮ 'ਤੇ ਸਾਈਡ 'ਤੇ ਉਹ ਰਹਿੰਦੇ ਆ। ਲੇਕਿਨ ਉਹ ਸਿਮਰਜੀਤ ਮਾਨ ਜਦੋਂ 99 'ਚ ਆਉਂਦਾ ਹੈਗਾ ਆ,
ਉਹਦੇ ਤੋਂ ਨਿਰਾਸ਼ ਹੋ ਕੇ, ਕਿਉਂਕਿ ਉਹ ਜਦੋਂ ਨਾ ਦੇ ਸਕੇ ਕੋਈ ਸਿਆਸੀ ਮਹਾਂਦਰਾ, ਸਿਆਸੀ ਈਡੀਅਮ ਨਹੀਂ ਸਿਰ ਸਕੇ ਪੰਜਾਬ ਦੇ ਵਿੱਚ, ਤਾਂ ਉਹਦੀ ਨਿਰਾਸ਼ਾ ਦੇ ਵਿੱਚੋਂ ਫਿਰ ਜਿਹੜਾ ਆ ਪਹਿਲੀ ਵਾਰੀ ਜਿਹੜਾ ਬੇਅੰਤ ਸਿੰਘ ਘੱਟ ਵੋਟਾਂ ਲੈ ਕੇ, ਬਹੁਤ ਘੱਟ ਉਦੋਂ ਤਾਂ ਅਕਾਲੀ ਦਲ ਨੇ ਬਾਈਕਾਟ ਕਰ ਦਿੱਤਾ ਸੀਗਾ। ਇਹ ਜਿਹੜੀਆਂ 91 ਦੇ ਵਿੱਚ ਚੋਣਾਂ ਹੋਈਆਂ, ਮਤਲਬ 92 ਚਿਰੂ ਦੇ ਵਿੱਚ, ਉਹਦੇ ਵਿੱਚ ਅਕਾਲੀ ਦਲ ਨੇ ਬਾਈਕਾਟ ਕੀਤਾ। ਇਸ ਕਰਕੇ ਜਿਹੜੀਆਂ ਸਭ ਤੋਂ ਵੱਧ ਜਿਹੜੀਆਂ ਸੀਟਾਂ ਕਾਂਗਰਸ ਨੇ ਉਦੋਂ ਜਿੱਤੀਆਂ ਸੀਗੀਆਂ। ਬਿਲਕੁਲ ਕਾਂਗਰਸ ਨੇ ਜਿੱਤੀਆਂ ਤੇ ਬਹੁਜਨ ਸਮਾਜ ਪਾਰਟੀ ਨੂੰ ਵੀ 9 ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਮਿਲੀਆਂ ਸੀ ਉਦੋਂ। ਬਿਲਕੁਲ ਉਹਦੇ ਵਿੱਚ ਫਿਰ ਇਹਨਾਂ ਦਾ ਜਿਹੜਾ ਹੁੰਦਾ, ਇਸ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਆ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਹੈ, ਜਿਹੜੀ ਅਕਾਲੀ ਦਲ ਹੈ, ਉਹ ਜਿਹੜਾ ਸਟਰੋਂਗ ਹੁੰਦਾ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਜਿਹੜੇ ਚੋਣ ਨਿਸ਼ਾਨ ਜਾਂ ਸ਼੍ਰੋਮਣੀ ਕਮੇਟੀ ਤੇ ਜਿਨ੍ਹਾਂ ਦਾ ਪ੍ਰਭਾਵ ਸੀ, ਉਹ ਤੱਕੜੀ ਚੋਣ ਨਿਸ਼ਾਨ ਬਰਨਾਲਾ ਸਾਹਿਬ ਕੋਲ ਸੀ, ਲੌਂਗੋਵਾਲ ਅਕਾਲੀ ਦਲ ਕੋਲ। ਤੇ ਉਹ ਲੌਂਗੋਵਾਲ ਅਕਾਲੀ ਦਲ ਹੌਲੀ ਹੌਲੀ ਜਿਹੜਾ ਆ ਉਹ ਸਿਆਸੀ ਜਿਹੜੇ ਧਰ ਤੋਂ ਅਲੋਪ ਹੋ ਜਾਂਦਾ ਆ, ਤੇ ਇਹ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਉਭਾਰ ਆਉਣਾ ਸ਼ੁਰੂ ਹੁੰਦਾ ਆ। ਇੱਕ ਤਾਂ ਜਿਹੜੀ ਬੇਅੰਤ ਸਿੰਘ ਦੀ ਸਰਕਾਰ ਵੇਲੇ ਜੋ ਤਸੱਦਦ ਹੋਇਆ ਸੀ, ਦੂਸਰਾ ਇੱਕ ਜੰਮੂ ਸਾਹਿਬ ਜੀ ਇੱਕ ਵੱਡੀ ਗੱਲ ਸੀਗੀ ਕਿ ਅਕਾਲੀ ਦਲ ਨੇ ਜਿੰਨੇ ਵੀ ਉਸ ਤੋਂ ਬਾਅਦ ਇਲੈਕਸ਼ਨ ਲੜੇ, ਉਹਨਾਂ ਦਾ ਚੋਣ ਮੈਨੀਫੈਸਟੋ ਮੁੱਖ ਮਨੋਰਥ ਸੀਗਾ ਕਿ ਅਸੀਂ ਇੱਕ ਟਰੁਥ ਕਮਿਸ਼ਨ ਬਣਾਵਾਂਗੇ, ਜਿਹੜਾ ਸੱਚਾਈ ਹੈ, ਜਿਹੜਾ ਨਿਆਂ ਆ, ਜੋ ਵੀ ਵਧੀਕੀਆਂ ਪੰਜਾਬੀਆਂ ਨਾਲ ਹੋਈਆਂ ਨੇ, ਸਿੱਖ ਸਮਾਜ ਨਾਲ ਹੋਈਆਂ ਨੇ, ਉਹਨਾਂ ਦਾ ਨਿਆਂ ਦਿੱਤਾ ਜਾਊਗਾ। ਤੇ ਉਹਦੇ ਕਰਕੇ ਫਿਰ ਇਹਨਾਂ ਨੂੰ ਵੱਡੀ ਬਹੁਮਤ ਹੈ ਜਿਹੜੀ ਉਹ ਮਿਲਦੀ ਹੈਗੀ ਆ ਇਲੈਕਸ਼ਨ ਦੇ ਵਿੱਚ। 97 ਦੀ ਚੋਣਾਂ ਦੇ ਵਿੱਚ ਇਹਨਾਂ ਨੂੰ ਬਹੁਤ ਵੱਡੀ ਜਿਹੜੀ ਆ, ਬਿਲਕੁਲ ਕਾਂਗਰਸ ਦੀਆਂ 15 ਸੀਟਾਂ, ਮਤਲਬ 2/3 ਤੋਂ ਵੀ ਵੱਧ ਇਹਨਾਂ ਨੂੰ ਸੀਟਾਂ ਮਿਲਦੀਆਂ ਅਕਾਲੀ ਦਲ ਨੂੰ। ਪਰ ਜਿਹੜਾ ਟਰੁਥ ਕਮਿਸ਼ਨ ਦੀ ਗੱਲ ਕਹੀ ਗਈ ਸੀਗੀ, ਉਹਦੇ ਤੋਂ ਅਕਾਲੀ ਦਲ ਬੈਕਆਊਟ ਕੀਤਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਇਹਨਾਂ ਨੇ ਵਿਧਾਨ ਸਭਾ 'ਚ ਕਿਹਾ ਵੀ ਤੁਸੀਂ ਹੁਣ ਬੀਤੇ ਦੇ ਜ਼ਖਮ ਜਿਹੜੇ ਉਹਨਾਂ ਨੂੰ ਨਾ ਛੇੜੋ, ਜਾਂ ਗੱਡੇ ਮੁਰਦੇ ਜਿਹੜੇ ਉਹ ਨਹੀਂ ਉਖਾੜੀ ਦੇ, ਇਹ ਇਹਨਾਂ ਨੇ ਵਿਧਾਨ ਸਭਾ 'ਚ ਕਿਹਾ ਸੀ। ਪਰ ਜੰਮੂ ਸਾਹਿਬ ਜੀ ਇੱਕ ਹੋਰ ਵੀ ਸੀਗਾ ਕਿ ਸਿੱਖਾਂ ਦੀ ਜਿਹੜੀ ਸਿਆਸੀ ਸਾਂਝ ਹੈ ਅਕਾਲੀ ਦਲ ਦੀ, ਉਹ ਸਿਧਾਂਤਕ ਤੌਰ ਤੇ ਬਹੁਜਨ ਸਮਾਜ ਪਾਰਟੀ ਦੇ ਨੇੜੇ ਜ਼ਿਆਦਾ ਢੁਕਦੀ ਸੀ, ਕਿਉਂਕਿ ਉਹ ਜਿਹੜੇ ਦਲਿਤ ਵਰਗ ਦੇ ਨੂੰ ਰਿਪਰੈਜ਼ੈਂਟ ਕਰਦੀ ਸੀ। ਜੇ ਦਲਿਤਾਂ ਦਾ ਤੇ ਅਕਾਲੀ ਦਲ ਦਾ ਕੋਈ ਕੰਬੀਨੇਸ਼ਨ ਹੁੰਦਾ ਆ ਤੇ ਪੰਜਾਬ ਵਿੱਚ ਹੋਰ ਤਰ੍ਹਾਂ ਦੀ ਸਿਆਸਤ ਹੋ ਸਕਦੀ ਸੀ। ਇੱਕ ਪਹਿਲੀ ਇਲੈਕਸ਼ਨ ਜਿਹੜੀ ਆ ਲੜੀ ਵੀ ਗਈ, ਇਕੱਠਿਆਂ ਨੇ ਲੜੀ ਹੈ, ਤੇ ਲੋਕ ਸਭਾ ਦੀ ਇਲੈਕਸ਼ਨ ਇਕੱਠਿਆਂ ਨੇ ਲੜੀ, ਲੇਕਿਨ ਜਦੋਂ ਵਿਧਾਨ ਸਭਾ ਤੱਕ ਆਉਂਦੇ ਆ ਤਾਂ ਉਦੋਂ ਜਿਹੜੇ ਦ੍ਰਿਸ਼ ਉਹ ਬਦਲ ਜਾਂਦੇ ਆ। ਤੇ ਇਹ ਵੀ ਮੌਕਾ ਪ੍ਰਸਤੀ ਦੀ ਇੱਕ ਸਿਆਸਤ ਸੀਗੀ, ਉਹਦਾ ਸ਼ੁਰੂਆਤ ਹੁੰਦਾ ਆ, ਉਹ ਜਿਹੜਾ ਆ ਬੀਜੇਪੀ ਨਾਲ ਜਿਹੜਾ ਉਹਨਾਂ ਦਾ ਗਠਬੰਧਨ ਹੁੰਦਾ ਆ, ਉਹਦੇ ਨਾਲ ਇਹ ਕਿਤੇ ਨਾ ਕਿਤੇ ਸਾਇਲੈਂਟ ਸਮਝੌਤਾ ਹੋ ਜਾਂਦਾ ਆ ਕਿ ਪੰਜਾਬ 'ਚ ਅਸੀਂ ਆਪਣੀ ਸਿਆਸਤ ਕਰਾਂਗੇ, ਜਿਹੜੀ ਸਾਡੀ ਵੱਡੀ ਪਾਰਟੀ ਹੋਏਗੀ, ਤੇ ਕੇਂਦਰ ਦੇ ਵਿੱਚ ਜੋ ਬੀਜੇਪੀ ਚਾਹੇਗੀ ਉਹ ਕਰੇਗੀ, ਉੱਥੇ ਕੋਈ ਦਖਲਅੰਦਾਜ਼ੀ ਅਕਾਲੀ ਦਲ ਦੀ ਹੋਏਗੀ। ਐਂਡ ਜਿਹੜੀ ਬਿਨਾਂ ਸ਼ਰਤ ਹਮਾਇਤ ਹੈ ਉਹ ਨਾਲ ਜਿਹੜਾ ਸਮਝੌਤਾ ਕਰ ਪਏਗਾ, ਅਨਰਿਟਨ ਅਨਲਿਖਤ ਸਮਝੌਤਾ ਜਿਹੜਾ ਇਸ ਤਰੀਕੇ ਦਾ ਹੋਇਆ, ਬਿਲਕੁਲ ਉਹ ਹੁੰਦਾ ਆ। ਤੇ ਉਹਦੇ ਵਿੱਚ ਫਿਰ ਜਿਹੜਾ ਆ ਉਹ ਸ਼ੁਰੂਆਤ ਹੁੰਦੀ ਆ ਜਿਹੜੀ ਅਕਾਲੀ ਦਲ ਦਾ ਸੀ ਕਿ ਅਕਾਲੀ ਦਲ ਨੂੰ ਇੱਕ ਪੰਜਾਬੀ ਪਾਰਟੀ ਬਣਾ ਲੈਣਾ। ਪੰਜਾਬੀ ਪਾਰਟੀ ਬਣਾਉਣ 'ਚ ਵੀ ਜੰਮੂ ਸਾਹਿਬ ਜੀ ਕੋਈ ਗੁਨਾਹ ਨਹੀਂ ਸੀਗੇ, ਜੇ ਪੰਜਾਬ ਦੇ ਇੰਟਰਸਟ ਸਾਹਮਣੇ ਰੱਖੇ ਜਾਂਦੇ। ਮੈਂ ਕਹਿੰਦਾ ਜੇ ਸਿੱਖ ਹਿੰਦੂ ਸਿੱਖ ਸਾਰੀਆਂ ਗੱਲਾਂ ਨੂੰ ਛੱਡ ਕੇ ਪੰਜਾਬ ਪੱਖੀ ਵੀ ਕੋਈ ਪੈਤਰਾ ਲੈ ਲਿਆ ਜਾਂਦਾ, ਅਸਲੀ ਉੱਤੇ ਇਹ ਵੀ ਕੋਈ ਮਾੜੀ ਗੱਲ ਨਹੀਂ ਸੀਗੀ। ਲੋਕਾਂ ਨੇ ਪਹਿਲਾਂ ਇਸ ਗੱਲ ਨੂੰ, ਜਦੋਂ ਉਹਨਾਂ ਨੇ ਪੰਜਾਬੀ ਪਾਰਟੀ ਮੋਗੇ ਦੇ ਵਿੱਚ ਐਲਾਨ ਕੀਤੀ ਹੈ, ਲੋਕਾਂ ਨੇ ਫਿਰ ਵੀ ਉਸ ਨੂੰ ਸਵੀਕਾਰ ਕਿਸੇ ਨਾ ਕਿਸੇ ਰੂਪ 'ਚ ਕਰ ਲਿਆ ਸੀਗਾ। ਲੇਕਿਨ ਜੋ ਉਸ ਤੋਂ ਬਾਅਦ ਵੱਡਾ ਜਿਹੜਾ ਸਾਡੇ ਸਾਹਮਣੇ ਨਹੀਂ, ਸਵੀਕਾਰ ਕਰਨ ਤੋਂ ਬਾਅਦ ਵੱਡੀ ਜਿੱਤ ਜਿਹੜੀ ਅਕਾਲੀ ਦਲ ਨੂੰ ਮਿਲੀ ਸੀ, ਅਕਾਲੀ ਦਲ ਨੂੰ ਮਿਲਦੀ ਆ। ਉਸ ਤੋਂ ਬਾਅਦ ਇੱਕ ਜਿਹੜਾ ਸਾਡਾ ਦੌਰ ਹੋਰ ਸ਼ੁਰੂ ਹੁੰਦਾ ਆ ਜੰਮੂ ਸਾਹਿਬ, ਜਿਹਦੇ ਬਾਰੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ। ਉਹ ਦੌਰ ਹੈ, ਇਸ ਤੋਂ ਪਹਿਲਾਂ ਅਕਾਲੀ ਦਲ ਦਾ ਸਿੱਖਾਂ ਦਾ ਇੱਕ ਇਤਿਹਾਸ ਹੈ। ਸਿੱਖਾਂ ਨੇ ਬਹੁਤ ਵੱਡੇ ਜਿਹੜੇ ਆ ਸੰਕਟਾਂ 'ਚੋਂ ਲੰਘ ਕੇ, 47 ਦਾ ਸੰਕਟ ਕੋਈ ਛੋਟਾ ਨਹੀਂ ਸੀ, 10 ਲੱਖ ਬੰਦੇ ਮਰੇ ਸੀ, ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਸਿੱਖ ਵੀ ਮਰੇ ਸੀ। ਲੇਕਿਨ ਕਿਸੇ ਸਿੱਖ ਨੇ ਉਸ ਸਥਿਤੀ ਦੇ ਸਾਹਮਣੇ ਸਰੈਂਡਰ ਨਹੀਂ ਸੀ ਕੀਤਾ। ਸਿੱਖ ਕਦੀ ਵੀ ਆਤਮ ਹੱਤਿਆ ਵੱਲ ਨਹੀਂ ਸੀ ਜਾਂਦਾ। ਸਿੱਖ ਕਿਸਾਨ, ਖਾਸ ਕਰਕੇ ਜ਼ਿਮੀਂਦਾਰ, ਇਸ ਤਰ੍ਹਾਂ ਆਤਮ ਹੱਤਿਆ ਕਰਨ ਦਾ ਰੁਝਾਨ ਨਹੀਂ ਸੀ। ਸਾਡਾ ਧਰਮ ਇਸ ਨੂੰ ਗੁਨਾਹ ਸਮਝਦਾ ਸੀਗਾ। ਤੇ ਇੱਕ ਤਾਂ ਖਾੜਕੂ ਮੂਵਮੈਂਟ ਦਾ ਖਤਮ ਹੋ ਜਾਣਾ, ਦੂਸਰੇ ਪਾਸੇ ਇਹਨਾਂ ਦੀ ਇਸ ਤਰ੍ਹਾਂ ਦੀ ਸਿਆਸਤ ਦੇ ਨਾਲ ਇਹ ਰੁਝਾਨ ਜਿਹੜਾ ਹੈ ਸ਼ੁਰੂ ਹੁੰਦਾ ਆ। ਸੁਸਾਈਡ ਕਰਦੇ ਆ, ਕਿਸਾਨ ਕਰਦੇ ਆ, ਮਜ਼ਦੂਰ ਕਰਦਾ ਵੱਡੀ ਪੱਧਰ ਤੇ। ਤੇ ਇਹ ਜਿਹੜੀ ਸਿਆਸਤ ਹੈ, ਜਿਹੜੀ ਅਕਾਲੀ ਦਲ ਦੇ ਵਿੱਚ ਭਾਵੇਂ ਜਿਹੜੇ ਲੀਡਰ ਰਹੇ ਆ ਜੰਗੀਰਦਾਰ ਵਿੱਚੋਂ, ਵੱਡੇ ਪਰਿਵਾਰਾਂ 'ਚ ਵੀ ਰਹੇ ਆ ਵੱਡੀਆਂ, ਲੇਕਿਨ ਬੋਲਬਾਲਾ ਉੱਥੇ ਕਿਰਤੀ ਕਿਸਾਨਾਂ ਦਾ ਹੁੰਦਾ ਸੀ। ਜਿਹੜੇ ਛੋਟੇ ਲੈਵਲ ਦੇ ਕਿਸਾਨ ਆ ਉਹਨਾਂ ਦਾ ਹੁੰਦਾ ਸੀ। ਇਹਨਾਂ ਬਾਰੇ ਸਮਝਿਆ ਜਾਂਦਾ ਸੀ, ਇਹਨਾਂ ਦੀ ਜਿਹੜੀ ਹੈ ਉਹ ਕਸ਼ਹਿਰੇ ਪਾਏ ਹੁੰਦੇ ਆ ਤੇ ਢੋਲਿਆਂ 'ਚ ਜਦੋਂ ਮਰਜ਼ੀ ਮੋਰਚਿਆਂ ਨੂੰ ਚਲੇ ਜਾਂਦੇ। ਜਿਹੜਾ ਇਹਨਾਂ ਪ੍ਰਭਾਵ ਸੀਗਾ, ਇਹ ਪ੍ਰਭਾਵ ਹੌਲੀ ਹੌਲੀ ਖਤਮ ਕਰਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਰੋਲ ਹੈ। ਤੇ ਉਹ ਜਿਹੜੀ ਹਾਸ਼ੀਏ ਤੇ ਚਲੀ ਗਈ, ਜਿਹੜੀ ਗਰੀਬ ਕਿਸਾਨੀ ਸੀ, ਭਾਈ ਲਾਲੋ ਦੇ ਜਿਹੜੇ ਵਾਰਸ ਸੀਗੇ, ਉਹਨਾਂ ਦੀ ਫਿਰ ਅਕਾਲੀ ਦਲ ਦੇ ਵਿੱਚ ਬੁੱਕਤ ਦਿਨੋਂ ਦਿਨ ਘਟਣੀ ਸ਼ੁਰੂ ਹੋ ਗਏ। ਤੇ ਅਸੀਂ ਵੱਡੇ ਜਿਹੜੇ ਲੀਡਰ, ਸੇਖਵਾਂ ਵਰਗੇ, ਉਜਾਗਰ ਸਿੰਘ ਸੇਖਵਾਂ ਵਰਗੇ, ਜਿਹੜੇ
ਧਰਤੀ ਤੋਂ ਉੱਠੇ ਲੀਡਰ ਸੀ ਉਹ ਇੱਥੋਂ ਖਤਮ ਹੁੰਦੇ ਦੇਖੇ ਆ। ਫਿਰ ਸਰਹੰਦਲ ਤੋਂ ਭਾਵੇਂ ਵਡਾਲਾ ਸਾਹਿਬ ਦੀ ਗੱਲ ਕਰ ਲਓ, ਵੱਡੇ ਵੱਡੇ ਜਿਹੜੇ ਲੀਡਰ ਆ ਉਹ ਸਾਈਡ ਤੇ ਹੋਣੇ ਸ਼ੁਰੂ ਹੁੰਦੇ ਆ। ਤੇ ਇਹਦੇ ਵਿੱਚ ਜਿਹੜਾ ਆ ਉੱਪਰ ਲੀਡਰਸ਼ਿਪ ਦੇ ਉੱਤੇ ਜਿਹੜਾ ਆ ਉਹ ਅਲੀਟ ਸਿੱਖਾਂ ਦਾ ਜਿਹੜਾ ਕਬਜ਼ਾ ਹੋਣਾ ਸ਼ੁਰੂ ਹੋ ਜਾਂਦਾ ਅਕਾਲੀ ਦਲ ਦੇ ਵਿੱਚ। ਮੇਰਾ ਖਿਆਲ ਇਸੇ ਕਰਕੇ ਤਾਂ ਸ਼ਾਇਦ ਜਥੇਦਾਰ ਟੌੜਾ ਹੋਣਾ ਦੇ, ਗੁਰਚਰਨ ਸਿੰਘ ਟੌੜਾ ਹੋਣਾ ਦੇ ਪੈਰ ਨਹੀਂ ਲੱਗੇ। ਉਹ ਧਰਮ ਦੇ ਖੇਤਰ ਦੇ ਵਿੱਚ ਹੀ ਜ਼ਿਆਦਾ ਡੋਮੀਨੇਟ ਕਰਦੇ ਰਹੇ। ਉਹਨਾਂ ਨੇ ਦੂਜੀ ਸਿਆਸਤ ਜਿਹੜੀ ਉਹਦੇ 'ਚ ਆਉਣ ਦੇ ਵੀ ਯਤਨ ਕੀਤੇ, ਪਰ ਬਾਦਲ ਹੋਣਾ ਦੇ ਕਾਰਨ ਉਹਨਾਂ ਦੇ ਉਹਦੇ 'ਚ ਬਾਹਲੇ ਪੈਰ ਨਹੀਂ ਲੱਗ ਸਕੇ। ਜੰਮੂ ਸਾਹਿਬ ਜੀ ਇੱਕ ਹੋਰ ਹੈ ਸਾਡੇ ਅਲੀਟ ਸਿਸਟਮ ਹੈ, ਜਿਹੜੇ ਸਰਦਾਰ ਨੇ ਉੱਪਰਲੇ ਜੱਟਾਂ ਦੇ ਵਿੱਚ ਵੀ ਇੱਕ ਜਿਹੜੀ ਹੈਗੀ ਕਲਾਸ ਹੈ, ਇੱਕ ਆਮ ਜੱਟ ਹੈ ਜਿਹੜੇ ਖੇਤੀ ਕਰਦੇ ਆ, ਇੱਕ ਸਰਦਾਰ ਹੈ। ਇਹ ਆਪਸ ਦੇ ਵਿੱਚ ਇਹਨਾਂ ਦਾ ਬੜਾ ਇਹ ਨਾ ਰਿਸ਼ਤੇ ਨਾਤੇ ਹੁੰਦੇ ਆ, ਸਮਾਜਿਕ ਤੌਰ ਤੇ ਬਹੁਤ ਫਰਕ ਹੈਗਾ ਆ। ਤੇ ਇਹ ਕਦੀ ਸਵੀਕਾਰ ਨਹੀਂ ਸੀ ਕਰਦੇ ਕਿ ਕੋਈ ਜੱਟਾਂ ਦੇ ਵਿੱਚੋਂ ਆ ਕੇ ਜਿਹੜਾ ਆਮ ਸਧਾਰਨ ਲੋਕਾਂ ਦੇ ਆ ਕੇ ਸੀਐਮ ਬਣ ਜੇ। ਉਹਨਾਂ ਦੇ ਵਿੱਚੋਂ 2 ਪੰਜਾਬ ਦੇ ਸੀਐਮ ਸਧਾਰਨ ਪਰਿਵਾਰਾਂ ਤੋਂ ਬਣੇ। ਇੱਕ ਬੇਅੰਤ ਸਿੰਘ ਦਾ ਭਾਵੇਂ ਉਹਦਾ ਵੱਖਰਾ ਸਰੂਪ ਸੀ, ਉਹਦੀ ਜੋ ਉਹਨੇ ਕੀਤਾ ਉਹਦੇ ਨਾਲ ਸਹਿਮਤ ਨਹੀਂ, ਪਰ ਉਹ ਪਰਿਵਾਰ ਸਧਾਰਨ ਪਰਿਵਾਰ ਤੋਂ ਆਇਆ ਸੀ। ਇਸ ਤੋਂ ਪਹਿਲਾਂ ਜਿਹੜਾ ਸਰਜੀਤ ਸਿੰਘ ਬਰਨਾਲਾ ਆ ਉਹ ਵੀ ਸਧਾਰਨ ਪਰਿਵਾਰ, ਫਿਰ ਤਾਂ ਗਿਆਨੀ ਗੁਰਮੁਖ ਸਿੰਘ ਮਸਾਫਰ ਹੋਣੀ ਵੀ ਸਧਾਰਨ ਪਰਿਵਾਰਾਂ ਤੋਂ ਆਏ। ਫਿਰ ਜੇ ਹੋਰ ਪਿੱਛੇ ਜਾਵਾਂਗੇ ਹੋਰ ਵੀ ਰਾਮ ਕਿਸ਼ਨ, ਉਸ ਤੋਂ ਪਹਿਲਾਂ ਤਾਂ ਸ਼ੁਰੂਆਤ ਸੀਗਾ। ਲੇਕਿਨ ਇਹ ਜਿਹੜੇ ਉੱਪਰਲੀ ਅਲੀਟ ਹੈ ਇਹ ਸਵੀਕਾਰ ਨਹੀਂ ਕਰਦੇ। ਇਹ ਸਿਮਰਜੀਤ ਮਾਨ ਨੂੰ ਤਾਂ ਕਿਸੇ ਪੱਧਰ ਤੇ ਸਵੀਕਾਰ ਕਰ, ਕਿਉਂਕਿ ਉਹ ਵੀ ਸਰਦਾਰ ਫੈਮਿਲੀ ਚੋਂ ਹੈ। ਅੱਗੇ ਇਹਨਾਂ ਨੇ ਉਸ ਚੀਜ਼ ਉਸ ਕਿਸਮ ਦੀ ਸਿਆਸਤ ਹੈ ਜਿਹੜੀ ਉਹਨੂੰ ਜਿਹੜਾ ਹਵਾ ਦੇਣੀ ਸ਼ੁਰੂ ਕੀਤੀ। ਤੇ ਲਾਸਟ ਦੇ ਵਿੱਚ ਜਿਹੜੇ ਅਕਾਲੀ ਦਲ ਸੂਬਿਆਂ ਦੇ ਖੁਦ ਮੁਖਤਿਆਰੀ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ, ਨੰਬਰਦਾਰ ਸੀਗਾ, ਉਹਨੂੰ ਜਿਹੜਾ ਆ ਉਹ ਸਾਰਾ ਕੁਝ ਸਰੈਂਡਰ ਕਰਤਾ। ਪੰਜਾਬ ਦੇ ਇੰਟਰਸਟ ਹੈ ਜਿਹੜੇ ਉਹ ਜਿਨ੍ਹਾਂ ਤੇ ਅਕਾਲੀ ਦਲ ਨੇ ਸੰਘਰਸ਼ ਲੜਿਆ ਸੀ, ਉਹ ਸਾਰੇ ਦੇ ਸਾਰੇ ਇਸ਼ੂ, ਈਵਨ ਕਿ ਛੋਟਾ ਇਸ਼ੂ ਕੋਈ ਚੰਡੀਗੜ੍ਹ ਵਰਗਾ ਇਸ਼ੂ ਹੈ ਜਿਹੜਾ ਇਲਾਕਿਆਂ ਦਾ ਇਸ਼ੂ ਹੈ, ਉਹ ਜਿਹੜਾ ਆ ਉਹਨੂੰ ਵੀ ਇੱਕ ਕਿਸਮ ਦਾ ਅਕਾਲੀ ਦਲ ਨੇ ਜਿਹੜਾ ਆ ਉਹਨਾਂ ਤੋਂ ਮੂੰਹ ਫੇਰ ਲਿਆ। ਤੇ ਹਾਲਾਤ ਉੱਥੋਂ ਤੱਕ ਪਹੁੰਚ ਗਏ ਕਿ ਸਿਆਸਤ ਦੇ ਵਿੱਚ ਭਾਵੇਂ ਪ੍ਰਕਾਸ਼ ਸਿੰਘ ਬਾਦਲ ਨੇ 15 ਸਾਲ ਰਾਜ ਕੀਤਾ, ਜਿਹੜਾ ਕੰਟੀਨਿਊ, ਪਹਿਲੇ ਰਾਜ ਨੂੰ ਅਸੀਂ ਗਿਣਦੇ ਨਹੀਂ, ਕੋਈ ਥੋੜਾ ਬਹੁਤਾ ਸਰਕਾਰਾਂ ਟੁੱਟਦੀਆਂ ਰਹੀਆਂ, ਉੱਥੇ ਕਈ ਕਿਸਮ ਦੇ ਪ੍ਰੈਸ਼ਰ ਸੀਗੇ। ਲੇਕਿਨ ਆਹ ਜਿਹੜੇ 15 ਸਾਲ ਸੀਗੇ, 10 ਸਾਲ ਬਾਅਦ ਵਾਲੇ, 5 ਸਾਲ ਪਹਿਲਾਂ ਵਾਲੇ, ਇਹ ਨਰੋਲ ਅਕਾਲੀ ਦਲ ਦੇ ਜਿਹਦੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਜਿਹੜਾ ਸਮਾਂ ਸੀਗਾ, ਇਸ ਸਮੇਂ ਦੇ ਵਿੱਚ ਪੰਜਾਬ ਦਾ ਕੋਈ ਵੀ ਜਿਹੜਾ ਇਸ਼ੂ ਚੱਲ ਰਹੇ ਸੀਗੇ ਉਹਨੂੰ ਉਹਦਾ ਦੀ ਐਂਡ ਨਹੀਂ ਕੀਤਾ ਗਿਆ। ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਸੀ, ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ 2 ਗੱਲਾਂ ਸਾਨੂੰ ਦੇਖਣੀਆਂ ਪੈਣਗੀਆਂ। ਲੋਕਾਂ ਦੇ ਵਿੱਚ ਜਦੋਂ 17 ਦੀਆਂ ਚੋਣਾਂ ਹੋਈਆਂ, ਉਹ ਤੋਂ ਪਹਿਲੀਆਂ 12 ਦੀਆਂ ਚੋਣਾਂ ਹੋਈਆਂ, ਉਹਦੇ ਵਿੱਚ ਉਹ ਇਸ਼ੂ ਉਵੇਂ ਨਹੀਂ ਬਣੇ ਜਿਹੜੇ 17 ਦੀਆਂ ਚੋਣਾਂ ਦੇ ਵਿੱਚ ਬਣੇ। ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਸਿੱਖ ਪੰਥ ਨੂੰ ਖਤਰਾ, ਇਹ ਸਾਰੇ ਸਵਾਲ ਲੋਕਾਂ ਨੇ ਸਮਝ ਗਏ ਸੀਗੇ ਕਿ ਅਕਾਲੀ ਦਲ ਕੇਵਲ ਸੱਤਾ ਦੇ ਵਿੱਚ ਆਉਣ ਲਈ ਇਹਨਾਂ ਨੂੰ ਐਜ ਏ ਟੂਲ ਵਜੋਂ ਵਰਤਦਾ, ਰੀਅਲੀ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਉਦੋਂ ਕੁਝ ਨਹੀਂ ਕਰਦਾ। ਇਸੇ ਤਰ੍ਹਾਂ ਹੀ ਟਰੁੱਥ ਕਮਿਸ਼ਨ ਦਾ ਮਾਮਲਾ ਆਇਆ, ਇਸੇ ਤਰੀਕੇ ਨਾਲ ਜਿਹੜਾ ਡੇਰਾ ਸਿਰਸੇ ਨਾਲ ਵਿਵਾਦ ਆਇਆ, ਪਹਿਲਾਂ ਉਹਦੇ ਤੋਂ ਜਿਹੜੀ ਉਹਦੇ ਨਾਲ ਸਮਝੌਤਾ ਕਰਨਾ, ਉਹਨੂੰ ਮਾਫ ਕਰਨਾ, ਫਿਰ ਉਹਨੂੰ ਵਾਪਸ ਲੈਣਾ, ਫਿਰ ਉਹਨਾਂ ਦੀਆਂ ਵੋਟਾਂ ਲੈਣਾ, ਫਿਰ ਕੋਟਕਪੂਰਾ ਤੇ ਜਿਹੜਾ ਬਰਗਾੜੀ ਕਾਂਡ ਹੈ, ਇਹ ਸਾਰੇ ਵਾਪਰਦੇ। ਇਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਇਹਨਾਂ ਨੇ ਹੌਲੀ ਹੌਲੀ ਅਕਾਲੀ ਦਲ ਦੇ ਐਸੇ ਪੈਰ ਉਖਾੜੇ, ਬਾਦਲ ਹੋਣਾ ਦੇ ਜਿਉਂਦੇ ਜੀ ਇਹ ਸਾਰਾ ਕੁਝ ਉਹਨਾਂ ਨੂੰ ਦੇਖਣਾ ਪਿਆ ਵੀ ਕਿਹੜੀਆਂ ਗੱਲਾਂ ਕਰਕੇ ਅਕਾਲੀ ਦਲ ਜਿਹੜਾ ਹਾਸ਼ੀਏ ਵੱਲ ਨੂੰ ਵਧਿਆ। ਇਹ ਤੁਹਾਨੂੰ ਕੀ ਲੱਗਦਾ ਵੀ ਇਹ ਕਿਉਂ ਵਾਪਰਿਆ? ਵੀ ਜਿਹੜੀ ਅਸੀਂ ਗੱਲ ਕਰਦੇ ਹਾਂ ਸਾਰਾ ਜਿਹੜੇ ਸਿੱਖ ਪੰਥ ਦੇ ਨਾਲ, ਇਹ ਮੈਨੂੰ ਲੱਗਦਾ ਕਿ ਜਿਹੜੇ ਬਾਅਦ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਸਾਲ ਸੀ ਨਾ, ਉਦੋਂ ਉਹਨਾਂ ਦੀ ਜਿਹੜੀ ਏਜ ਉਮਰ ਕਾਫੀ ਹੋ ਚੁੱਕੀ ਸੀ। ਤੇ ਭਾਵੇਂ ਉਹ ਜਿਹੜਾ ਆ ਰਹੇ ਉਹ ਸੀਐਮ, ਪਰੰਤੂ ਸਰਕਾਰ ਦੇ ਵਿੱਚ ਜਿਹੜਾ ਬੋਲਬਾਲਾ ਜਾਂ ਸੀ ਪ੍ਰਭਾਵ ਸੀ ਉਹ ਸੁਖਬੀਰ ਸਿੰਘ ਬਾਦਲ ਦਾ ਜ਼ਿਆਦਾ ਵੱਧਦਾ ਗਿਆ। ਫਿਰ ਉਹਨੇ ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਲੀਡਰਸ਼ਿਪ ਨੂੰ ਪਿੱਛੇ ਕਰਕੇ ਇੱਕ ਕਾਰਪੋਰੇਟ ਕੰਪਨੀ ਵਾਂਗੂ ਜਿਹੜਾ ਚਲਾਉਣ ਦਾ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਸੀਗਾ। ਉਹਦੇ ਤਹਿਤ ਫਿਰ ਇਹ ਫੈਸਲੇ ਆਉਂਦੇ ਆ ਕਿ ਕੰਪਨੀਆਂ ਦੀ ਸਲਾਹ ਲਈ ਜਾਂਦੀ ਹੈ, ਵੱਡੀਆਂ ਵੱਡੀਆਂ ਕੰਪਨੀਆਂ ਦੀ, ਕਿ ਅਕਾਲੀ ਦਲ ਦਾ ਕਿਵੇਂ ਤੁਸੀਂ ਜਿਹੜਾ ਆ ਉਹ ਬਣਾਉਣਾ, ਆਧਾਰ ਬਣਾਉਣਾ ਆ। ਉਹਦੇ ਵਿੱਚੋਂ ਹੀ ਫਿਰ ਇਹ ਆਉਂਦਾ ਹੈਗਾ ਆ ਕਿ ਜਿੰਨਾ ਕੁ ਸਿੱਖ ਮੁੱਦਿਆਂ ਨੂੰ ਛੱਡਣ ਕਰਕੇ ਉਹਨਾਂ ਦਾ ਨੁਕਸਾਨ ਹੋਇਆ, ਉਹਨਾਂ ਦੀ ਭਰਪਾਈ ਕਰਨ ਵਾਸਤੇ ਡੇਰੇ ਦਾ ਸਹਾਰਾ ਲਿਆ ਜਾਵੇ। ਉਧਰੋਂ ਜਦੋਂ ਕੰਪਨੀਆਂ ਦੇ ਨਾਲ ਲੱਗੇ, ਕਈ ਗੱਲਾਂ ਜਿਹੜੀਆਂ ਨੇ ਕੈਲਕੂਲੇਸ਼ਨ 'ਚ ਹੁੰਦੀਆਂ ਨੇ, ਕਈ ਵਾਰੀ ਬਹੁਤੇ ਚੰਗੀਆਂ ਵੀ ਆ ਜਾਂਦੀਆਂ ਨੇ, ਕਈ ਵਾਰੀ ਉਹ ਟਪਲੇ ਜਦੋਂ ਲੱਗਦੇ ਤੇ ਫਿਰ ਉਹ ਤੁਸੀਂ ਜ਼ਮੀਨ ਤੁਹਾਡੀ ਖਿਸਕ ਜਾਂਦੀ ਹੈ। ਇਹ ਹੀ ਗੱਲ ਹੋਈ ਕਿ ਜਦੋਂ ਇਹ ਉਹਨਾਂ ਨੂੰ ਮਾਫ ਕਰਨ ਵਾਲਾ ਫੈਸਲਾ ਇਹਨਾਂ ਨੇ ਲਾਗੂ ਕਰਾਇਆ, ਭਾਵੇਂ ਫਿਲਮ ਚਲਾਉਣ ਦਾ ਮਸਲਾ ਸੀ ਚਾਹੇ ਉਹਨੂੰ ਜਿਹੜਾ ਮਾਫੀ ਦੇਣ ਦਾ ਮਸਲਾ ਸੀਗਾ,
ਇਹ ਤੇ ਸੁਖਬੀਰ ਸਿੰਘ ਦਾ ਉਸ ਸਮੇਂ ਦੀ ਜੇ ਲੀਡਰਸ਼ਿਪ ਸੀ ਉਹਦੀ ਸਮਝ ਤੋਂ ਬਾਹਰ ਦੀ ਗੱਲ ਸੀ। ਉਹ ਕਹਿੰਦੇ ਸੀ ਅਸੀਂ ਬੜੀਆਂ ਸਹੂਲਤਾਂ ਦਿੱਤੀਆਂ ਨੇ, ਮੁਫਤ ਬਿਜਲੀ ਦਿੱਤੀ ਹੈ, ਬਹੁਤ ਲੋਕਾਂ ਦੇ ਕੰਮ ਕੀਤੇ ਹੈ, ਤੇ ਇਸ ਕਰਕੇ ਆ ਜਿਹੜੀਆਂ ਛੋਟੀਆਂ ਗੱਲਾਂ ਨੇ ਧਾਰਮਿਕ ਤੌਰ ਤੇ ਜਿਹੜੇ ਆ, ਕਿਉਂਕਿ ਹੁਣ ਜਿਹੜੇ ਆ ਲੋਕ ਉਸ ਤਰ੍ਹਾਂ ਹੀ ਸੋਚਦੇ ਆ, ਕਿਉਂਕਿ ਸਾਰੀਆਂ ਸਾਡੇ ਵੱਡੇ ਜਿਹੜੇ ਅਦਾਰੇ ਆ ਉਹ ਅਕਾਲੀ ਦਲ ਦੇ ਕਬਜ਼ੇ 'ਚ ਨੇ, ਸ਼੍ਰੋਮਣੀ ਕਮੇਟੀ ਤੋਂ ਲੈ ਕੇ ਅਕਾਲ ਤਖਤ, ਸਾਰੇ ਤਖਤ, ਤੇ ਇਸ ਕਰਕੇ ਹੁਣ ਕੋਈ ਸਿੱਖਾਂ ਦਾ ਕੋਈ ਇਸ਼ੂ ਨਹੀਂ ਹੈ। ਲੇਕਿਨ ਜਦੋਂ ਆ ਨਾਜ਼ੁਕ ਮਸਲਾ ਆਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਤਾਂ ਉਸ ਵਕਤ ਹੈ ਜਿਹੜੇ ਆ ਲੋਕਾਂ ਦਾ ਜਿਹੜਾ ਆ ਉਹ ਇਹਨਾਂ ਨਾਲ ਮੋਹ ਟੁੱਟ ਗਿਆ, ਤੇ ਕਈ ਦਿਨ ਪੰਜਾਬ ਜਿਹੜਾ ਬੰਦ ਰਿਹਾ ਸਾਡੇ ਸਾਹਮਣੇ ਆ। ਤੇ ਉਸ ਚੀਜ਼ ਨੂੰ ਫਿਰ ਇਹਨਾਂ ਚਾਹੀਦਾ ਤੇ ਸੀ, ਅਕਾਲੀ ਦਲ ਦਾ ਇੱਕ ਸਿੱਖਾਂ ਦਾ ਇੱਕ ਇਤਿਹਾਸ ਹੈ, ਅਕਾਲੀ ਦਲ ਨੂੰ ਆਪਣੇ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਸੀਗਾ, ਸੱਚੇ ਹਿਰਦੇ ਨਾਲ ਮਾਫੀ ਮੰਗਣੀ ਚਾਹੀਦੀ ਸੀ ਲੋਕਾਂ ਕੋਲ ਜਾ ਕੇ। ਉਹਦਾ ਇੱਕ ਵੱਡਾ ਸੰਕੇਤ ਸੀਗਾ, ਲੋਕ ਇਹਨਾਂ ਤੋਂ ਕਿੰਨੇ ਪਾਸੇ ਚਲੇ ਗਏ। ਚੱਬੇਵਾਲ ਦਾ ਇਕੱਠ ਜਿਹੜਾ ਬਹੁਤ ਵੱਡਾ ਸੀਗਾ, ਬਿਲਕੁਲ ਆਪ ਮਾਰੇ ਹੋਇਆ ਇਕੱਠ ਸੀਗਾ, ਤੇ ਉਹ ਮੇਰਾ ਖਿਆਲ ਤਕਰੀਬਨ 20-25 ਦਿਨ ਇਵੇਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ। ਉਸ ਇਕੱਠ ਨੇ ਜਿੱਥੇ ਬਾਦਲ ਦਾ ਨੁਕਸਾਨ ਕੀਤਾ, ਉੱਥੇ ਪੰਜਾਬ ਦੀ ਸਿਆਸਤ ਦਾ ਨੁਕਸਾਨ ਕੀਤਾ, ਕਿਉਂਕਿ ਜਿਹੜੀਆਂ ਧਿਰਾਂ ਵੈਸੇ ਰੈਲੇਵੈਂਟ ਨਹੀਂ ਸੀਗੀਆਂ ਸਿਆਸੀ ਤੌਰ ਤੇ, ਉਹਨਾਂ ਨੂੰ ਲੱਗਿਆ ਕਿ ਸਾਡੇ ਕਰਕੇ ਲੋਕ ਜਿਹੜੇ ਆ ਗਏ ਆ, ਤੇ ਉਹਨਾਂ ਨੇ ਫਿਰ ਉਹਨਾਂ ਨੇ ਵੀ ਕੋਈ ਗਵਾਹੀ ਚੰਗੀ ਨਹੀਂ ਦਿੱਤੀ, ਜਿਹਦੇ ਕਰਕੇ ਜਿਹੜਾ ਅਸੀਂ ਦੇਖਿਆ ਫਿਰ ਜਿਹੜਾ ਮਸਲਾ ਬਰਗਾੜੀ ਦਾ ਮੋਰਚਾ ਵੀ ਲੱਗਦਾ ਹੈ, ਅੱਗੇ ਤੱਕ ਸਾਰਾ ਕੁਝ ਅਸੀਂ ਦੇਖਦੇ ਹਾਂ, ਉਹਦੇ 'ਚੋਂ ਆਮ ਆਦਮੀ ਪਾਰਟੀ ਦਾ ਆਭਾਰ ਆਉਂਦਾ ਆ। ਤੇ ਇਹ ਜਿਹੜੀ ਮਸਲਾ ਹੈਗਾ ਆ ਕਿ ਪੰਜਾਬ ਦੀ ਜਿਹੜੀ ਹੈਗੀ ਪੰਜਾਬੀ ਹਾਲਾਤ ਨੇ, ਉਹਨਾਂ ਦੀ ਜਿਹੜੀ ਬਹੁਤ ਜ਼ਰੂਰੀ ਇੱਕ ਗੱਲ ਸੀਗੀ, ਪੰਜਾਬ ਨੂੰ ਇਹਦੀ ਰਿਪਰੈਜ਼ੈਂਟ ਕਰਨ ਵਾਲੀ ਇੱਕ ਖੇਤਰੀ ਪਾਰਟੀ ਆ ਜਿਹੜੀ, ਉਹ ਪੰਜਾਬੀ ਉਹਦੇ ਤੋਂ ਵੀ ਹੁਣੇ ਹੋ ਗਏ, ਕਿਉਂਕਿ ਉਹਦੇ ਵਿੱਚ ਜੇ ਕਹੀਏ ਕਿ ਪੰਜਾਬੀ ਜਿਹੜੀ ਖੇਤਰੀ ਪਾਰਟੀ ਸੀਗੀ ਅਕਾਲੀ ਦਲ, ਉਹਨੂੰ ਖਤਮ ਕਰਨ ਦੇ ਵਿੱਚ ਉਹਦੇ ਵਿੱਚ ਭਾਵੇਂ ਪਰਿਵਾਰਵਾਦ ਦੀ ਗੱਲ ਕਰ ਲਓ, ਇੱਕੇ ਵੇਲੇ ਪਰਿਵਾਰ ਦੇ 16 ਜਿਹੜੇ ਆ ਉਹ ਮੈਂਬਰ ਬਣ ਜਾਣੇ, ਤੇ ਇਹ ਸਾਰੀਆਂ ਚੀਜ਼ਾਂ ਨੇ ਲੋਕਾਂ ਨੂੰ ਜਿਹੜਾ ਆ ਉਹ ਅਕਾਲੀ ਦਲ ਦੇ ਨਾਲੋਂ ਦੂਰੀਆਂ ਪੈਦਾ ਕਰਨ ਦੇ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ। 6-7 ਤਾਂ ਵਜ਼ਾਰਤ 'ਚ ਸੀਗੇ। ਬਿਲਕੁਲ ਜੀ, ਇਹ ਸਾਰਾ ਕੁਝ ਜਿਹੜੀ ਵੀ ਕੋਈ ਪਾਵਰ ਹੁੰਦੀ ਸੀਗੇ, ਈਵਨ ਕਿ ਲੋਕਾਂ ਦੇ ਜਿਹੜੇ ਲੋਕਧਾਰਾ ਦੇ ਵਿੱਚ ਲੋਕ ਮਨਾਂ ਦੇ ਵਿੱਚ ਗੱਲ ਹੋ ਗਈ ਸੀਗੀ ਕਿ ਜੇ ਕੋਈ ਵਧੀਆ ਢਾਬਾ ਚੱਲਦਾ, ਕੋਈ ਵਧੀਆ ਬੱਸ ਚੱਲਦੀ ਹੈ, ਉਹਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਦਾ ਹਿੱਸਾ ਆ, ਤੇ ਭਾਵੇਂ ਹਿੱਸਾ ਸੀ ਜਾਂ ਨਹੀਂ ਹੈ, ਪਰ ਲੋਕ ਮਨਾਂ ਦੇ ਵਿੱਚ ਇੱਕ ਵੱਡੀ ਜਿਹੜੀ ਆ ਇਹ ਗੱਲ ਬਣ ਗਈ ਸੀ। ਔਰ ਇਹ ਜਦੋਂ ਈਡੀਐਮ ਲੋਕਾਂ 'ਚ ਚਲੇ ਜਾਵੇ, ਨਰੇਟਿਵ ਚਲੇ ਜਾਵੇ, ਤੇ ਉਸ ਤੋਂ ਬਾਅਦ ਫਿਰ ਉਹਦੇ ਨਾਲ ਇਕੱਲਾ ਇਹ ਨਹੀਂ ਕਿ ਅਕਾਲੀ ਦਲ ਦਾ ਨੁਕਸਾਨ ਹੋਇਆ, ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਰੋਸੇਯੋਗਤਾ ਖਤਮ ਹੋਈ, ਅਕਾਲ ਤਖਤ ਦੀ ਭਰੋਸੇਯੋਗਤਾ, ਤੁਹਾਡੇ ਸਾਰੀ ਜਿਹੜੀ ਸਿਆਸੀ ਲੀਡਰਸ਼ਿਪ ਹੈ ਉਹਦੀ ਜਿਹੜੀ ਹੈ ਉਹਦੀ ਭਰੋਸੇਯੋਗਤਾ ਖਤਮ ਹੋਈ ਹੈ। ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿੱਥੇ ਬਹੁਤ ਸਾਰੇ ਕੰਮਾਂ ਕਰਕੇ ਜਾਣਿਆ ਜਾਏਗਾ ਕਿ ਉਹਨਾਂ ਨੇ ਪੰਜਾਬ ਦੇ ਇੱਕ ਫੈਬਰਿਕ ਜਿਹੜਾ ਹੈਗਾ ਸੀ, ਜਿਹਦੀ ਤੁਸੀਂ ਪਹਿਲਾਂ ਗੱਲ ਕੀਤੀ ਹਿੰਦੂ ਸਿੱਖਾਂ ਦਾ ਜਿਹੜਾ ਉਹ ਕੀਤਾ, ਕਿਉਂਕਿ ਇਸ ਤੋਂ ਪਹਿਲਾਂ 2 ਧਰਾਵਾਂ ਸੀਗੀਆਂ, ਇਹਨਾਂ ਪਾਰਟੀਆਂ ਦੀ ਜਿਹੜੀ ਵਿਰਾਸਤ ਸੀ ਅਲੱਗ-ਅਲੱਗ ਸੀ ਦੋਨਾਂ ਦੇ ਧਿਰਾਂ ਤੇ, ਕਿਉਂਕਿ ਜਿਹੜੀ ਬੀਜੇਪੀ ਸੀ ਉਦੋਂ ਜਨਸੰਘ ਦਾ ਰੂਪ ਸੀ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਗੁਰੂ ਨਾਨਕ ਦੇ ਨਾਂ ਤੇ ਮੰਨਣ ਲਈ ਤਿਆਰ ਨਹੀਂ ਸੀ। ਉਹਨਾਂ ਨੇ ਬਲਰਾਮ ਜੀ ਦਾਸ ਟੰਡਨ ਨੇ ਅਸਤੀਫਾ ਦਿੱਤਾ ਸੀ, ਐਜੀਟੇਸ਼ਨ ਹੁੰਦੀ ਰਹੀ ਹੈ, ਪੰਜਾਬੀ ਬੋਲੀ ਨੂੰ ਲੈ ਕੇ ਵੀ ਉਹਨਾਂ ਦੇ ਵਿੱਚ ਬੜੇ ਮਤਭੇਦ ਰਹੇ, ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਮਤਭੇਦ ਰਹੇ ਆ, ਉਹ ਦੂਸਰੇ ਪਾਸੇ ਖੜਦੇ ਰਹੇ ਆ। ਲੇਕਿਨ ਇਹ ਪ੍ਰਕਾਸ਼ ਸਿੰਘ ਦੀ ਬਾਦਲ ਦੀ ਪ੍ਰਾਪਤੀ ਸੀਗੀ ਕਿ ਉਹ ਇਕੱਠੇ ਉਹਨਾਂ ਨੂੰ ਸਰਕਾਰ 'ਚ ਲੈ ਕੇ ਆ ਜਾਣਾ 96 ਦੇ ਵਿੱਚ, ਤੇ ਇਹ ਸਾਰਾ ਕੁਝ ਕਰ ਦੇਣਾ। ਪਰੰਤੂ ਜਿਸ ਕੀਮਤ ਤੇ ਲੈ ਕੇ ਆਏ, ਜਿਹੜੀ ਉਹਦੀ ਕੀਮਤ ਅਦਾ ਕੀਤੀ, ਉਹ ਬਹੁਤ ਵੱਡੀ ਕੀਤੀ। ਇਹਦੇ ਨਾਲ ਵੀ ਜੇਕਰ ਪੰਜਾਬ ਵੇਖੋ, ਇਸੇ ਸਮੇਂ ਬਾਦਲ ਦੇ ਸਮਕਾਲੀ ਸੀਗੇ ਕਰੁਣਾਨਿਧੀ, ਉਹਨਾਂ ਦੇ ਵਿੱਚ 5 ਵਾਰ ਉਹ ਵੀ ਮੁੱਖ ਮੰਤਰੀ ਰਹੇ ਨੇ, ਉਹਨਾਂ ਨੇ ਵੀ ਜਿਹੜੇ ਆ ਕਈ ਸਮਝੌਤੇ ਕੀਤੇ ਆ, ਵੱਖ-ਵੱਖ ਪਾਰਟੀਆਂ ਨਾਲ ਕੀਤੇ, ਲੇਕਿਨ ਉਹਨਾਂ ਨੇ ਆਪਣੇ ਜਿਹੜੇ ਸੂਬੇ ਦੇ ਇੰਟਰਸਟ ਨੇ ਉਹਨਾਂ ਨੂੰ ਕਦੀ ਇਗਨੋਰ ਨਹੀਂ ਕੀਤਾ। ਭਾਵੇਂ ਰਾਜੀਵ ਗਾਂਧੀ ਦੇ ਕਾਤਲਾਂ ਦੀ ਗੱਲ ਕਰ, ਉਹ ਘਰ ਜਾ ਕੇ ਸਨਮਾਨ ਕਰਦੇ ਆ ਉਹਨਾਂ ਦਾ, ਉਹਨਾਂ ਨੂੰ ਪਤਾ ਹੈ ਕਿ ਮੇਰੇ ਸਟੇਟ ਦੀਆਂ ਲੋਕਾਂ ਦੀਆਂ ਭਾਵਨਾ ਕੀ ਨੇ, ਮੈਂ ਉਹਨਾਂ ਨੂੰ ਕਿਵੇਂ ਰਿਪਰੈਜ਼ੈਂਟ ਕਰਨਾ ਆ। ਮੈਨੂੰ ਲੱਗਦਾ ਇੱਥੇ ਪ੍ਰਕਾਸ਼ ਸਿੰਘ ਬਾਦਲ ਹੈ ਜਿਹੜਾ ਉਹ ਲਾਸਟ ਤੱਕ ਟਪਲਾ ਖਾ ਗਏ ਆ, ਉਹਨਾਂ ਨੂੰ ਤਾਂ ਕਿਸਾਨਾਂ ਦੇ ਮੁੱਦਿਆਂ ਦੀ ਸਮਝ ਬਹੁਤ ਨਹੀਂ ਆਈ। ਲਾਸਟ ਜ਼ਿੰਦਗੀ ਦੇ ਸਮੇਂ ਉਹਨਾਂ ਨੂੰ ਲਿਆ ਕੇ ਜਿਸ ਤਰ੍ਹਾਂ ਜਲੀਲ ਕੀਤਾ ਗਿਆ, ਕਾਨੂੰਨਾਂ ਦੇ ਹੱਕ ਵਿੱਚ ਉਹਨਾਂ ਤੋਂ ਜਿਹੜਾ ਬਿਆਨ ਦਵਾਇਆ ਗਿਆ, ਮੈਨੂੰ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਆਤਮਾ 'ਚੋਂ ਇਹ ਗੱਲ ਨਿਕਲੀ ਹੋਏਗੀ, ਕਿਉਂਕਿ ਉਹ ਪਰਿਵਾਰ ਦਾ ਪ੍ਰੈਸ਼ਰ ਸੀਗਾ, ਪਰਿਵਾਰ ਦੀਆਂ ਲੋੜਾਂ ਸੀਗੀਆਂ, ਜਿਹਦੇ ਵਿੱਚ ਉਹ ਗੱਲ ਹੈ। ਹਾਲਾਂਕਿ ਬਾਅਦ 'ਚ ਪਰਿਵਾਰ ਵੀ ਛੱਡ ਕੇ ਆ ਗਿਆ, ਉਹ ਵੱਖਰੀ ਗੱਲ ਸੀ, ਲੇਕਿਨ ਜਿਹੜਾ ਲਾਸਟ ਸਮੇਂ ਤੇ ਕਿਸੇ ਐਡੇ ਵੱਡੇ ਲੀਡਰ ਜਿਹਦੀ ਐਡੀ ਵੱਡੀ ਮਾਨਤਾ ਹੋਵੇ, ਇਹ ਨੈਸ਼ਨਲ ਤੌਰ ਤੇ ਇਹਦਾ ਸਤਿਕਾਰ ਹੋਵੇ, ਉਸ ਲੀਡਰ ਦਾ ਜਿਹੜਾ ਹਾਰ ਜਾਣਾ ਉਮਰ ਦੇ ਇਸ ਪੜਾਅ ਦੇ ਉੱਤੇ,
ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਸਿਹਤ ਖਰਾਬ ਹੋਈ ਹੈ ਜਾਂ ਉਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰੈਸ਼ਰ ਹੋਏਗਾ। ਇੱਕ ਤਾਂ ਜਦੋਂ ਫਰੀਦਕੋਟ ਜਾਂਦੇ ਆ ਜ਼ਮਾਨਤ ਕਰਾ ਕੇ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਜਿਸ ਧਰਾਤਲ ਤੇ ਖੜ ਕੇ ਉਹ ਸਾਰੀ ਉਮਰ ਸਿਆਸਤ ਕਰਦੇ ਰਹੇ ਆ, ਜਿਸ ਏਜੰਡੇ ਦੀ ਸਿਆਸਤ ਕੀਤੀ ਹੈ ਉਸ ਏਜੰਡੇ ਦੇ ਉੱਤੇ ਉਹਨਾਂ ਨੂੰ ਜ਼ਮਾਨਤ ਕਰਾਉਣੀ ਪੈ ਜਾਂਦੀ ਹੈ। ਲੋਕ ਇਹ ਸਮਝਦੇ ਆ ਕਿ ਬੇਅਦਬੀ ਦਾ ਦੋਸ਼ ਇਹਨਾਂ ਤੇ ਲਾਉਂਦੇ ਆ ਜਾਂ ਲੋਕਧਾਰਾ ਦੇ ਵਿੱਚ ਲੱਗ ਗਿਆ ਪਬਲਿਕ। ਹੁਣ ਕੋਰਟ ਲਾਵੇ ਨਾ ਲਾਵੇ ਵੱਖਰੀ ਗੱਲ ਹੈ, ਜਿਹੜਾ ਸਿਆਸੀ ਨੁਕਸਾਨ ਸੀਗਾ ਉਸ ਪਰਿਵਾਰ ਦਾ, ਉਸ ਪਾਰਟੀ ਦਾ, ਉਹ ਤੇ ਹੋ ਚੁੱਕਿਆ ਆ। ਵੈਸੇ ਸਾਹਿਬ ਮੈਂ ਇੱਥੇ ਤੁਹਾਡੇ ਕੋਲ ਜਾਣਨਾ ਚਾਹੁੰਦਾ, ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਬਿਜਲੀ ਪਾਣੀ ਮੁਫਤ ਕੀਤਾ ਪੰਜਾਬ ਦੇ ਵਿੱਚ, ਉਸ ਤੋਂ ਇਲਾਵਾ ਦਾਲ ਰੋਟੀ ਮਤਲਬ ਆਟਾ ਦਾਲ ਸਕੀਮ ਉਹਨਾਂ ਲਿਆਂਦੀ, ਉਸ ਤੋਂ ਇਲਾਵਾ ਉਹਨਾਂ ਨੇ ਕੁਝ ਯਾਦਗਾਰਾਂ ਬਣਾਈਆਂ, ਜਿਵੇਂ ਸਾਡੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ 'ਚ ਚੱਪੜ ਚਿੜੀ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਜੰਗੇ ਆਜ਼ਾਦੀ, ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ। ਇਹ ਇੱਕ ਪੈਰਲਰ ਹੈਗਾ। ਇਹ ਕੀ ਉਹਨਾਂ ਨੂੰ ਇਹਨਾਂ ਗੱਲਾਂ ਲਈ ਯਾਦ ਰੱਖਿਆ ਜਾਏਗਾ ਜਾਂ ਸੂਬਿਆਂ ਦੇ ਵੱਧ ਅਧਿਕਾਰਾਂ ਲਈ ਯਾਦ ਰੱਖਿਆ ਜਾਏਗਾ? ਤੁਸੀਂ ਇਹਨੂੰ ਇੱਕ ਲਾਈਨ 'ਚ ਜੇ ਦੋ ਲਾਈਨਾਂ 'ਚ ਕਹਿਣਾ ਹੋਵੇ, ਹਿੰਦੂ ਸਿੱਖ ਏਕਤਾ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਇਹਨਾਂ ਤੋਂ, ਜਾਂ ਉਹਨਾਂ ਨੇ ਜਿਹੜਾ ਯੂ ਟਰਨ ਲਈ ਜਿਹੜੇ ਵੱਧ ਅਧਿਕਾਰਾਂ ਦਾ ਮਾਮਲਾ, ਉਹਨਾਂ 'ਚੋਂ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਤੁਸੀਂ ਕੀ ਇਹਨਾਂ ਨੂੰ ਸੰਖੇਪ ਦੇ ਵਿੱਚ ਕੀ ਕਹਿ ਸਕਦੇ ਹੋ? ਦੇਖੋ ਜੀ, ਇਹਦੇ 'ਚ ਕੋਈ ਦੁਰਾਵਾ ਨਹੀਂ। ਜਿਹੜੀਆਂ ਯਾਦਗਾਰਾਂ ਬਣਾਈਆਂ ਉਹਨਾਂ ਨੂੰ ਯਾਦ ਕੀਤਾ ਜਾਏਗਾ, ਉਹਨਾਂ ਦੇ ਵਿੱਚ ਕੰਟਰੀਬਿਊਸ਼ਨ ਸੀ। ਲੇਕਿਨ ਹੁੰਦਾ ਕਿ ਜੰਮੂ ਜੀ ਜਿਹੜਾ ਤੁਹਾਡਾ ਵੱਡਾ ਜਿਹੜਾ ਹੈਗਾ ਕੰਮ ਹੈ ਜਾਂ ਵੱਡਾ ਜਿਹੜਾ ਤੁਹਾਡਾ ਕਾਰਜ ਹੈ ਉਹ ਕਿਸ ਕਿਸਮ ਦਾ ਉਹਦੇ ਨਾਲ ਹੈ। ਉਹਦੇ ਵਿੱਚ 370 ਦੇ ਉੱਤੇ ਜਿਹੜਾ ਉਹਨਾਂ ਨੇ ਜਿਹੜੀ ਉਹਨਾਂ ਨੇ ਲਈ ਹੈਗਾ ਪੱਖ ਲਿਆ ਗਿਆ ਆ, ਉਹ ਸੈਂਟਰ ਸਰਕਾਰ ਵਧੇਰੇ ਅਧਿਕਾਰਾਂ ਜਿਹੜੇ ਉਹ ਸਾਰੀ ਉਮਰ ਜਿਹਦੇ ਲੜਦੇ ਰਹੇ ਉਹਦੇ ਅਗੇਂਸਟ ਉਲਟ ਵੋਟ ਪਾਈ ਉਲਟ ਵੋਟ ਪਾਈ। ਤੇ ਇਹਦੇ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਸਟੇਟ ਨਾਲ ਉਹਨਾਂ ਨੇ ਦਗਾ ਕਮਾਇਆ ਸੀ ਕਹੀਏ ਸਿਆਸੀ ਤੌਰ ਤੇ, ਉਹ ਵਧੇਰੇ ਉਹ ਪੱਖ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਪੱਖ ਹੈ ਜਿਹੜਾ ਉਹ ਵਧੇਰੇ ਕਰਕੇ ਜਾਣਿਆ ਜਾਏਗਾ। ਪ੍ਰੈਸ ਸਟੇਟ ਦੇ ਤਾਂ ਹੱਕ 'ਚ ਭੁਗਤੇ, ਕਿਉਂਕਿ ਜਿਹੜੀ ਹਾਕਮ ਧਿਰ ਸੀ ਪੰਜਾਬ ਸਟੇਟ ਦੀ ਗੱਲ ਕਰਦਾ ਮੈਂ, ਕਿ ਸੈਂਟਰ ਸਟੇਟ ਦੀ ਗੱਲ, ਪੰਜਾਬ ਸੂਬੇ ਦੀ ਗੱਲ ਕਰਦਾ, ਪੰਜਾਬ ਦੇ ਲੋਕਾਂ ਦੀ ਗੱਲ ਕਰਦਾ। ਉਹਦੇ ਉਹਨਾਂ ਨੇ ਅਗੇਂਸਟ ਜਾ ਕੇ ਜਿਹੜੇ ਸਾਰੇ ਫੈਸਲੇ ਲਏ, ਭਾਵੇਂ ਉਹ ਮਸਲਾ ਕੋਈ ਪਾਣੀਆਂ ਦਾ ਮਸਲੇ ਦੇ ਉੱਤੇ ਵੀ ਜਿਸ ਤਰ੍ਹਾਂ ਉਹਨਾਂ ਦਾ ਸਟੈਂਡ ਸੀਗਾ ਉਹ ਉਸ ਕਿਸਮ ਦਾ ਨਹੀਂ, ਔਰ ਉਹਨਾਂ ਨੇ ਪੰਜਾਬੀ ਬੋਲੀ ਦੇ ਹੱਕ 'ਚ ਵੀ ਇੱਕ ਐਕਟ ਲੈ ਕੇ ਆਂਦਾ, ਉਹਦਾ ਨੋਟੀਫਿਕੇਸ਼ਨ ਹੀ ਜਾਰੀ ਨਹੀਂ ਕੀਤਾ। ਜਿਸ ਤਰੀਕੇ ਨਾਲ ਸਾਰਾ ਕੁਝ ਹੋਇਆ, ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਮਿਸ਼ਨ ਬਣਾਇਆ, ਪਾਣੀਆਂ ਦੇ ਮਾਮਲੇ ਤੇ ਉਹਨਾਂ ਨੇ ਪਹਿਲਾਂ ਹੱਕ 'ਚ ਕੀਤਾ, ਬਾਅਦ ਦੇ ਵਿੱਚ ਜਿਹੜੀ SYL ਨੂੰ ਜ਼ਮੀਨ ਸੀ ਉਹ ਵਿਡਰਾ ਕੀਤੀ, ਉਹਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ। ਮਤਲਬ ਇਸ ਤਰੀਕੇ ਦਾ ਮਤਲਬ ਕੋਈ ਜਿਹੜੀ ਇਹ ਹੁੰਦਾ ਨਾ ਵੀ ਇੱਕ ਸਟੈਂਡ ਅੱਗੇ ਉੱਪਰ ਨੂੰ ਜਾਣਾ, ਮੇਰੇ ਖਿਆਲ ਇੱਕ ਤਾਂ ਉੱਪਰ ਨੂੰ ਗਏ ਤੇ ਉਹ ਤੋਂ ਬਾਅਦ ਹੇਠਾਂ ਨੂੰ ਆਉਣ ਦਾ ਦੌਰ ਜਿਹੜਾ ਉਹਨਾਂ ਦਾ ਸ਼ੁਰੂ ਹੋਇਆ, ਉਹ ਵੱਖ-ਵੱਖ ਮਾਮਲੇ ਮੈਨੂੰ ਲੱਗਦਾ ਸੱਤਾ ਦੇ ਨਾਲ ਉਹਨਾਂ ਨੇ ਸੱਤਾ ਨੂੰ ਸਾਹਮਣੇ ਰੱਖ ਕੇ ਸੱਤਾ ਉਹਨਾਂ ਦੀ ਕਿਸ ਤਰ੍ਹਾਂ ਆ ਸਕਦੀ ਹੈ, ਇਸ ਤਰ੍ਹਾਂ ਦੇ ਫੈਸਲੇ ਲਏ ਜਿਹੜਾ ਉਹਨਾਂ ਦੇ ਜਿਹੜਾ ਸਿਆਸੀ ਖੁਦਕਸ਼ੀ ਵਾਲਾ ਅਸੀਂ ਕਦਮ ਕਹਾਂਗੇ ਉਹ ਤੌਰ ਤੇ ਜਿਹੜਾ ਜਾਣਿਆ ਜਾਏਗਾ। ਕਿਉਂਕਿ ਲਾਸਟ ਤੇ ਤਾਂ ਉਹਨਾਂ ਨੇ ਲਾਸਟ ਤੇ ਕੀ ਕੀਤਾ ਇਹ ਦੀ ਗੱਲ ਹੋਏਗੀ। ਲਾਸਟ ਤੇ ਕੁੱਲ ਮਿਲਾ ਕੇ ਜਿਹੜਾ ਉਹਨਾਂ ਦਾ ਜਿਹੜਾ ਆ ਉਹ ਭਾਵੇਂ ਸਿੱਖ ਸੁਸਾਇਟੀ ਦੀ ਗੱਲ ਕਰ ਲਈਏ, ਭਾਵੇਂ ਸਮੁੱਚੇ ਪੰਜਾਬੀਆਂ ਦੀ ਗੱਲ ਕਰ ਲਈਏ, ਉਹ ਕਿਉਂਕਿ ਇਸ ਦੌਰ ਦੇ ਵਿੱਚ ਜਿੱਥੇ ਮੈਂ ਕਿਹਾ ਖੁਦਕਸ਼ੀਆਂ ਆਈਆਂ ਨੇ, ਨਾਲ ਜਿਹੜਾ ਹੈ ਨਸ਼ਿਆਂ ਦਾ ਵੀ, ਭਾਵੇਂ ਅੱਜ ਰਾਜਵੀਰ ਦੀ ਗੱਲ ਕਰ ਲਓ, ਇਹ ਸਾਰੇ ਨਸ਼ੇ ਨਹੀਂ ਗੈਂਗਸਟਰ ਵੀ ਜਿਹੜਾ ਗੈਂਗਸਟਰ ਹੈ। ਤੇ ਪੰਜਾਬ ਵਿੱਚੋਂ ਵੱਡੇ ਪ੍ਰਵਾਸ ਦਾ ਜਿਹੜਾ ਵਰਤਾਰਾ ਆ ਉਹ ਇਹਨਾਂ ਦੇ ਇਹ ਜਿਹੜੀਆਂ ਨੀਤੀਆਂ ਦੀ ਬਦੌਲਤ ਲੋਕ ਮੰਨਣਗੇ। ਤੇ ਇਹ ਪੰਜਾਬ ਦਾ ਜਿਹੜਾ ਸਿਆਸੀ ਤੌਰ ਤੇ ਜਾਂ ਜਿਹੜਾ ਉਜਾੜਾ ਹੋਇਆ ਵੱਖਰਾ, ਇਹਦੇ ਬਾਰੇ ਵੀ ਉਹਨਾਂ ਦਾ ਜਿਹੜਾ ਉਹਨਾਂ ਨੂੰ ਇਸ ਕਰਕੇ ਜਾਣਿਆ ਜਾਏਗਾ। ਇਸ ਕਰਕੇ ਸਾਰਾ ਖੱਟੇ ਮਿੱਠੇ ਜਿਹੜੇ ਪੱਖ ਨੇ ਉਹਨਾਂ ਦੇ, ਉਹ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਤੇ ਨਾਲ ਹਮੇਸ਼ਾ ਜਾਣਗੇ। ਤੇ ਇਹ ਇਤਿਹਾਸ ਵਿੱਚ ਜਿੱਥੇ ਕਿ ਬਾਕੀ ਚੀਫ ਮਿਨਿਸਟਰਾਂ ਨੂੰ ਯਾਦ ਕਰਦੇ ਹਾਂ, ਕੈਰੋ ਨੂੰ ਪੰਜਾਬ ਦੇ ਵਿਕਾਸ ਕਰਕੇ ਯਾਦ ਕਰਦੇ ਹਾਂ, ਲక్ష్మణ ਸਿੰਘ ਨੂੰ ਪੰਜਾਬੀ ਤੇ ਹੋਰ ਪਿੰਡਾਂ ਦੇ ਸੜਕਾਂ ਕਰਕੇ ਜਾਣਦੇ ਹਾਂ, ਇਸੇ ਤਰ੍ਹਾਂ ਬੇਅੰਤ ਸਿੰਘ ਨੂੰ ਅਸੀਂ ਉਸ ਦੌਰ ਦੇ ਬਾਰੇ ਜਾਣਦੇ ਹਾਂ, ਲੇਕਿਨ ਜਿਹੜਾ ਪੁਲਿਸ ਰਾਜ ਦਾ ਦੌਰ ਆ ਉਹਦੇ ਬਾਰੇ ਜਾਣਦੇ ਹਾਂ। ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਲਾਸਟ ਤੇ ਉਹਨਾਂ ਦਾ ਜਿਹੜੇ ਹਾਲਾਤ ਨੇ ਪੰਜਾਬ ਦੇ ਨਾਲ, ਜਿਹੜਾ ਅਸੀਂ ਕਹੀਏ ਬੇਵਫਾਈ ਵਾਲਾ, ਜਿਹੜਾ ਪੰਜਾਬ ਦੇ ਜਿਹੜੇ ਇੰਟਰਸਟ ਨੇ ਉਹਨਾਂ ਨਾਲ ਬੇਵਫਾਈ ਵਾਲ ਕਰਕੇ ਜ਼ਿਆਦਾ ਜਾਣਿਆ ਜਾਏਗਾ। ਹਾਲਾਂਕਿ ਉਹਨਾਂ ਦੇ ਪੋਜ਼ਿਟਿਵ ਪੱਖ ਵੀ ਨੇ, ਉਹਨਾਂ ਨੇ ਜਿਹੜੇ ਤੁਸੀਂ ਜ਼ਿਕਰ ਕੀਤਾ, ਉਹਨਾਂ ਨੂੰ ਵਿਰੋਧ ਨਹੀਂ ਕੀਤਾ ਜਾ ਸਕਦਾ, ਪਰ ਜਿਹੜਾ ਮੇਜਰ ਪੱਖ ਹੈ, ਹਾਵੀ ਪੱਖ ਹੈ ਉਹਨਾਂ ਦਾ, ਉਹ ਪੰਜਾਬ ਨਾਲ ਜਿਹੜਾ ਦਗਾ ਆ ਉਹਦੇ ਬਾਰੇ ਜਾਣਿਆ ਜਾਏ। ਪਰ ਦੂਜੇ ਪਾਸੇ ਹੁਣ ਅਗਲਾ ਪੱਖ ਜਿਹੜਾ ਅਕਾਲੀ ਦਲ ਹੈ, ਜਿਹੜੀ ਸਿਚੁਏਸ਼ਨ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਹੈਗਾ, ਇਹਦੇ ਤੋਂ ਕਿਵੇਂ ਨਿਕਲੇਗਾ? ਇਹਦੇ ਵਿੱਚੋਂ ਅਕਾਲੀ ਦਲ ਦਾ ਹੁਣ ਜਿਹੜਾ ਇਹ ਭਵਿੱਖ ਜਿਹੜਾ ਹੈ ਬੜਾ ਖਤਰੇ ਵਾਲਾ ਹੈ ਅਕਾਲੀ ਦਲ ਵਾਸਤੇ, ਕਿਉਂਕਿ ਜਿਸ ਤਰ੍ਹਾਂ ਦੀ ਲੀਡਰਸ਼ਿਪ ਜਾਂ ਜਿਹੜੀ ਸਮਰੱਥਾ ਸੀ ਪ੍ਰਕਾਸ਼ ਸਿੰਘ ਬਾਦਲ 'ਚ, ਉਹ ਹੁਣ ਦੀ ਲੀਡਰਸ਼ਿਪ 'ਚ ਹੈ ਨਹੀਂ।
ਕਿ ਜਿਹੜੇ ਲੀਡਰ ਅੱਜ ਅੱਗੇ ਨੇ, ਪ੍ਰੇਮ ਸਿੰਘ ਚੰਦੂ ਮਾਜਰੇ ਤੋਂ ਲੈ ਜਾਓ ਜਾਂ ਦੂਸਰੇ ਹੋਰ ਸਾਰੇ, ਉਹ ਕੋਈ ਅਕਾਲੀ ਦਲ ਦੇ ਵਿਰਾਸਤੀ ਲੀਡਰ ਨਹੀਂ ਹੈਗੇ ਜਿਹੜੇ ਤੋਰ ਕੇ, ਉਹ ਬਾਹਰੋਂ ਆਏ ਹੋਏ ਲੀਡਰਸ਼ਿਪ ਹੈ। ਜਿਹੜੀ ਲੀਡਰਸ਼ਿਪ ਆਪਣੇ ਇਨਵੋਲਵ ਹੋਈ ਹੈ ਅਕਾਲੀ ਦਲ ਦੀ, ਉਹਦਾ ਜਿਹੜਾ ਟੌੜਾ ਸਾਹਿਬ ਤੋਂ ਬਾਅਦ ਹੀ ਹੋ ਗਿਆ ਸੀਗਾ ਖਾਤਮਾ, ਲੇਕਿਨ ਉਹਦੀ ਇੱਕ ਲਾਸਟ ਕੜੀ ਸੀ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਉਹ ਧਰਾਂਤਲ ਤੌਰ 'ਤੇ ਕੁਝ ਸਮਝਦੇ ਸੀਗੇ। ਹੁਣ ਜਿਹੜਾ ਹੈਗਾ ਅਕਾਲੀ ਦਲ ਤਾਂ ਰਹੇਗਾ, ਉਹ ਭਾਵੇਂ ਸਿੰਗਲ ਮੈਨ ਫੇਰੂਮੈਨ ਅਕਾਲੀ ਦਰਸ਼ਨ ਸਿੰਘ ਫੇਰੂਮੈਨ ਵਾਂਗੂ ਰਹਿ ਜਾਏ, ਪਰ ਜਿਹੜਾ ਕਿਉਂਕਿ ਇਹ ਅਕਾਲੀ ਦਲ ਦੇ ਸਰਵਾਈਵ ਕਰਾਉਣ ਲਈ ਜ਼ਰੂਰੀ ਹੈ ਕਿ ਇਹਦੀ ਲੀਡਰਸ਼ਿਪ ਹੈ ਜਾਂ ਝੁੰਦਾ ਕਮੇਟੀ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ ਉਹਨਾਂ 'ਤੇ ਅਮਲ ਕੀਤਾ ਜਾਏ। ਅਤੇ ਹੁਣ ਜਿਹੜਾ ਅਮਲ ਕੀਤਾ ਜਾ ਸਕਦਾ ਸੀ, ਮੈਨੂੰ ਲੱਗਦਾ ਇੰਨੀ ਸਮਰੱਥਾ ਅੱਜ ਦੀ ਲੀਡਰਸ਼ਿਪ 'ਚ ਨਹੀਂ, ਅਤੇ ਜਿਹੜੀ ਹੁਣ ਲੀਡਰ ਨੇ ਉਹਨਾਂ ਦਾ ਐਡਾ ਵੱਡਾ ਕੱਦ ਨਹੀਂ ਕਿ ਉਹ ਸੁਖਬੀਰ ਬਾਦਲ ਨੂੰ ਕਹਿ ਸਕਣ ਕਿ ਤੁਹਾਡੀ ਲੀਡਰਸ਼ਿਪ ਦੇ ਅਸੀਂ ਸਵਾਲ ਚੱਕ ਸਕਦੇ ਹਾਂ, ਕਿਉਂਕਿ ਉੱਥੇ ਹੁਣ ਉਹੀ ਰਹੇਗਾ ਜਿਹੜਾ ਸੁਖਬੀਰ ਦੇ ਸਾਰੇ ਨੂੰ ਸੱਤ ਬਚਨ ਕਰਕੇ ਮੰਨੇਗਾ। ਅਤੇ ਮੈਨੂੰ ਨਹੀਂ ਲੱਗਦਾ ਕਿ ਨਾ ਹੀ ਸੁਖਬੀਰ ਦੀ ਇੰਨੀ ਸਮਰੱਥਾ ਹੈਗੀ ਆ ਕਿ ਉਹ ਐਕਚੁਅਲੀ ਲੋਕਾਂ ਦੀ ਸਲਾਹ ਲੈ ਕੇ ਲੀਡਰਾਂ ਦੀ ਛੋਟੇ ਦੀ ਲੈ ਸਕੇ, ਕਿਉਂਕਿ ਉਹਦਾ ਆਪਣਾ ਇੱਕ ਲਾਈਫ ਜਿਹੜਾ ਸਟਾਈਲ ਹੈਗਾ ਆ ਕੰਮ ਕਰਨ ਦਾ, ਉਹਦੇ ਤੋਂ ਲੱਗਦਾ ਕਿ ਹੁਣ ਅਕਾਲੀ ਦਲ ਦੁਬਾਰਾ ਸਰਵਾਈਵ ਕਰ ਜੇ ਇਹ ਬੜਾ ਔਖਾ ਆ। ਹਾਂ, ਪੰਜਾਬ ਨੂੰ ਲੋੜ ਹੈਗੀ ਆ ਅਕਾਲੀ ਦਲ ਵਰਗੀ ਇੱਕ ਜਥੇਬੰਦੀ ਦੀ, ਉਹ ਕਦੋਂ ਇਹ ਆਉਂਦਾ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਦਰਸ਼ਕੋ, ਪ੍ਰੈਸ ਸਾਹਿਬ ਨੇ ਕਾਫੀ ਪੱਖਾਂ ਦੇ ਉੱਪਰ ਜਿਹੜੀ ਹੈ ਜਾਣਕਾਰੀ ਦਿੱਤੀ ਹੈ, ਉਹਦੇ ਵਿੱਚ ਚੰਗੇ ਪੱਖ ਵੀ, ਉਹਦੇ 'ਚ ਮਾੜੇ ਪੱਖ ਵੀ ਨੇ। ਕੁੱਲ ਮਿਲਾ ਕੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ 5 ਵਾਰੀ ਇੱਕ ਸੂਬੇ ਦਾ ਮੁੱਖ ਮੰਤਰੀ ਬਣਨਾ, ਇਹ ਆਪਣੇ ਆਪ 'ਚ ਇੱਕ ਇਤਿਹਾਸ ਹੈ। ਉਹਨਾਂ ਨੂੰ ਠੀਕ ਹੈ, ਦੋਨੇ ਤਰ੍ਹਾਂ ਦੇ ਕੁਝ ਚੰਗੇ ਤਜਰਬੇ ਵੀ, ਕੁਝ ਮਾੜੇ ਤਜਰਬੇ, ਉਹਨਾਂ ਨੂੰ ਇਹ ਹੁਣ ਅਸੀਂ ਦਰਸ਼ਕਾਂ ਦੇ ਉੱਪਰ ਛੱਡਦੇ ਹਾਂ ਵੀ ਉਹ ਉਹਨਾਂ ਨੂੰ ਕਿਵੇਂ ਯਾਦ ਕਰਨਾ ਚਾਹੁੰਦੇ ਆ। ਦੋਨੇ ਪੱਖ ਜਿਹੜੇ ਆ ਉਹ ਦੇਖ ਕੇ ਜਿਹੜਾ ਫੈਸਲਾ ਜਿਹੜਾ ਉਹਦੇ ਤੋਂ ਕਰਨ ਦੀ ਲੋੜ ਹੈਗੀ ਆ। ਪਰ ਇੱਕ ਗੱਲ ਜ਼ਰੂਰ ਹੈਗੀ ਕਿ ਪੰਜਾਬ ਨੂੰ ਅੱਜ ਜਿਹੜਾ ਪੰਜਾਬ ਜਿੱਧਰ ਨੂੰ ਜਾ ਰਿਹਾ, ਵੱਧ ਅਧਿਕਾਰਾਂ ਦਾ ਮਾਮਲਾ ਹੈਗਾ, ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਹੋ ਰਿਹਾ, ਲੋਕ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਆ, ਤਾਂ ਇੱਕ ਕ੍ਰੈਡੀਬਲ ਜਿਹੜੀ ਆ ਧਿਰ ਦੀ ਲੋੜ ਹੈ। ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਤੋਂ ਵੀ ਮੇਰਾ ਖਿਆਲ ਨਾਸ਼ ਹੁੰਦੇ ਜਾ ਰਹੇ ਆ, ਭਾਵੇਂ ਕਿ ਉਹਨਾਂ ਨੇ ਵੀ ਕੁਝ ਚੰਗੇ ਕਦਮ ਚੁੱਕੇ ਨੇ, ਪਰ ਕੁੱਲ ਮਿਲਾ ਕੇ ਜਿਵੇਂ ਸਥਿਤੀ ਨੂੰ ਮੋੜ ਆਉਣਾ ਚਾਹੀਦਾ ਸੀ, ਉਹ ਮੋੜ ਉਸ ਤਰੀਕੇ ਨਾਲ ਨਹੀਂ ਆਇਆ। ਇਸ ਮੁੱਦੇ ਦੇ ਉੱਪਰ ਅਸੀਂ ਇੱਕ ਵਾਰੀ ਫੇਰ ਗੱਲ ਕਰਾਂਗੇ ਕਿ ਪੰਜਾਬ ਨੂੰ ਕਿਸ ਕਿਸਮ ਦੀ ਜਿਹੜੀ ਹੈ ਖੇਤਰੀ ਪਾਰਟੀ ਦੀ ਲੋੜ ਆ। ਅਕਾਲੀ ਦਲ ਜਿਨ੍ਹਾਂ ਗੱਲਾਂ ਤੋਂ ਭਟਕ ਗਿਆ, ਉਹ ਦੁਬਾਰਾ ਫੇਰ ਉਹਨਾਂ ਦੇ ਲਈ ਸੰਘਰਸ਼ ਕਰਨ ਦੀ ਲੋੜ ਹੈ। ਜਿਵੇਂ ਕੇਂਦਰ ਸਰਕਾਰ ਦਬਾਅ ਪਾ ਰਹੀ ਹੈ, ਜਿਵੇਂ ਸੂਬਿਆਂ ਦੇ ਅਧਿਕਾਰ ਇਹਨਾਂ ਨੂੰ ਕਈ ਕਹਿ ਦਿੰਦੇ ਵੀ ਮਿਊਨਿਸਪੈਲਿਟੀਆਂ ਬਣਾ ਦਿੱਤੇ ਗਏ ਆ, ਇਸ ਗੱਲ ਲਈ ਜਿਹੜੀ ਆ ਪੰਜਾਬ ਨੂੰ ਲੜਾਈ ਜਿਹੜੀ ਆ ਫੇਰ ਲੜਨੀ ਪੈ ਗਈ। ਅੱਜ ਬਾਦਲ ਸਾਹਿਬ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਅਸੀਂ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਤੁਹਾਡੇ ਤੋਂ ਆਗਿਆ ਲੈਂਦੇ। ਬਹੁਤ ਬਹੁਤ ਧੰਨਵਾਦ।